एक बार फिर स्वागत है जी सारे मेरे व्यूअर्स का। ਅੱਜ ਆਪਾਂ ਕੋਨੈਸਟੋਗਾ ਕਾਲਜ ਦਾ ਬਿਜ਼ਨਸ ਮਾਰਕੀਟਿੰਗ ਪ੍ਰੋਗਰਾਮ ਡਿਸਕਸ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੇ ਸਟੂਡੈਂਟਸ ਮੈਥਮੈਟਿਕਸ ਤੋਂ ਥੋੜ੍ਹਾ ਜਿਹਾ ਬਚਣਾ ਚਾਹੁੰਦੇ ਹੈ ਅਤੇ ਉਹ ਕਹਿੰਦੇ ਕਿ ਕੋਈ ਸੌਖਾ ਕੋਰਸ ਹੋਵੇ ਜਿਹਦੇ ਵਿੱਚ ਮੈਥਮੈਟਿਕਸ ਨਾ ਹੋਵੇ ਤਾਂ ਉਹਨਾਂ ਲਈ ਇਹ ਇੱਕ ਵਧੀਆ ਆਪਸ਼ਨ ਹੈ। ਦੇਖੋ ਮੈਥਮੈਟਿਕਸ ਇਸ ਕੋਰਸ ਦੇ ਵਿੱਚ ਹੈ ਜ਼ਰੂਰ ਇਸ ਪ੍ਰੋਗਰਾਮ ਦੇ ਅੰਦਰ, ਪਰ ਉਹ ਥੋੜ੍ਹਾ ਜਿਹਾ ਈਜ਼ੀ ਹੈ, ਲਾਈਟ ਵੇਟ ਹੈ। ਇੰਨਾ ਕੁ ਹੈ ਕਿ ਜੇ ਤੁਸੀਂ ਆਪਣਾ 10th ਜਾਂ +2 ਦੇ ਵਿੱਚ ਮੈਥਸ ਕੀਤਾ ਜਿਹੜਾ, ਜੇ ਤੁਹਾਡੇ ਉਹਦੇ ਵਿੱਚੋਂ ਅਰਾਊਂਡ 50% ਮਾਰਕਸ ਆ ਗਏ ਤਾਂ ਤੁਸੀਂ ਇਹ ਵਾਲਾ ਮੈਥਮੈਟਿਕਸ ਵੀ ਬੜੇ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ ਜੀ ਆਪਣਾ ਵੀਡੀਓ। ਸੋ ਵੀ ਆਰ ਔਨ ਦਾ ਵੈਬਸਾਈਟ ਆਫ ਕੋਨੈਸਟੋਗਾ ਕਾਲਜ। ਇੱਥੇ ਮੈਂ ਸਿਲੈਕਟ ਕਰ ਲਿਆ ਬਿਜ਼ਨਸ ਮਾਰਕੀਟਿੰਗ ਕੋਰਸ। ਸਟਾਰਟਿੰਗ ਡੇਟ ਹੈ ਜੀ ਮਈ 2021 ਇਨਟੇਕ ਕਿਚਨਰ ਡੂਨ ਕੈਂਪਸ। ਤਾਂ ਜਨਰਲੀ ਮੈਂ ਆਪਣੇ ਸਾਰੇ ਵੀਡੀਓਜ਼ ਕਿਚਨਰ ਡੂਨ ਕੈਂਪਸ ਦੇ ਨਾਲ ਹੀ ਕਰਦਾ ਕਿਉਂਕਿ ਇਹ ਮੇਨ ਕੈਂਪਸ ਹੈ। ਪਰ ਤੁਸੀਂ ਅਗਰ ਆਪਣੇ ਤੁਹਾਡੀ ਕੋਈ ਚੋਇਸ ਹੈਗੀ ਆ ਕੈਂਪਸ ਦੀ ਹੋਰ, ਤਾਂ ਉਹਦੇ ਲਈ ਵੀ ਇੱਕ ਵਾਰ ਜ਼ਰੂਰ ਚੈੱਕ ਕਰ ਲਿਓ। ਜਨਰਲੀ ਜੋ ਰਿਕੁਆਇਰਮੈਂਟਸ ਹੈ ਜਾਂ ਜਿਹੜੇ ਕੋਰਸਿਸ ਹੈ ਉਹ ਸਾਰੇ ਦੇ ਸਾਰੇ ਸੇਮ ਹੈ। ਜੋ ਸਬਜੈਕਟ ਪੜ੍ਹਾਏ ਜਾਣਗੇ, ਜੋ ਡਿਊਰੇਸ਼ਨ ਹੈ, ਜੋ ਤੁਹਾਨੂੰ ਕ੍ਰੈਡੈਂਸ਼ੀਅਲ ਮਿਲੇਗਾ, ਸਾਰਾ ਕੁਝ ਸੇਮ ਹੈ। ਸਿਰਫ ਕੈਂਪਸ ਅਲੱਗ ਹੋ ਸਕਦਾ। ਕੈਂਪਸ ਅਲੱਗ ਹੋਣ ਨਾਲ ਫੀਸ ਦਾ ਥੋੜ੍ਹਾ ਬਹੁਤ ਵੇਰੀਏਸ਼ਨ ਜ਼ਰੂਰ ਹੋ ਸਕਦੀ ਹੈ। ਤਾਂ ਇੱਕ ਮੇਰੀ ਵੀਡੀਓ ਪਹਿਲਾਂ ਵੀ ਆਈ ਸੀ ਕੈਂਪਸ ਸਿਲੈਕਸ਼ਨ 'ਤੇ, ਉਹ ਵੀਡੀਓ ਵੀ ਤੁਸੀਂ ਜ਼ਰੂਰ ਦੇਖੋ। ਕੈਂਪਸ ਸਿਲੈਕਸ਼ਨ ਕਰਨੀ ਵੀ ਬਹੁਤ ਇੰਪੋਰਟੈਂਟ ਹੈ ਬਿਕੋਜ਼ ਮੈਜੋਰਿਟੀ ਜਿਹੜੇ ਵੀ ਸਟੂਡੈਂਟ ਹੈ ਕੈਨੇਡਾ ਦੇ ਵਿੱਚ ਉਹ ਜਾ ਕੇ ਉੱਥੇ ਸਟੱਡੀ ਕਰਦੇ ਹੈ ਨਾਲ ਨਾਲ ਕਰਦੇ ਹੈ ਜੀ ਜੌਬ। ਤਾਂ ਜੌਬ ਉਸ ਲੋਕੇਸ਼ਨ 'ਤੇ ਅਵੇਲੇਬਲ ਹੋਣੀ ਬਹੁਤ ਇੰਪੋਰਟੈਂਟ ਹੈ। ਅਦਰਵਾਈਜ਼ ਅਗਰ ਤੁਹਾਨੂੰ ਜ਼ਿਆਦਾ ਦੂਰ ਅਪ ਡਾਊਨ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਬਹੁਤ ਜ਼ਿਆਦਾ ਥੱਕ ਜਾਓਗੇ, ਜਾਂ ਅਗਰ ਤੁਸੀਂ ਕਿਤੇ ਇਹੋ ਜਿਹੇ ਏਰੀਆ 'ਚ ਚਲੇ ਗਏ ਜਿੱਥੇ ਜੌਬਸ ਇੰਨੀਆਂ ਨਹੀਂ ਹੈ ਤਾਂ ਤੁਸੀਂ ਆਪਣਾ ਖਰਚਾ ਨਹੀਂ ਕੱਢ ਪਾਓਗੇ। ਸੋ ਇਹ ਚੀਜ਼ਾਂ ਸੀਗੀਆਂ ਕਿ ਕਿਵੇਂ ਕੈਂਪਸ ਸਿਲੈਕਟ ਕਰਨਾ। ਉਹ ਵੀਡੀਓ ਇੱਕ ਹੋਰ ਵੀਡੀਓ ਆਏਗੀ ਜੀ ਜਿਹਦੇ ਵਿੱਚ ਕੈਂਪਸ ਕੰਪੈਰੀਜ਼ਨਸ ਕੀਤੇ ਜਾਣਗੇ, ਲੋਕਲ ਐਕਸਪੈਂਸਿਸ, ਇਹ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦੱਸੀਆਂ ਜਾਣਗੀਆਂ ਡਿਟੇਲ ਦੇ ਅੰਦਰ। ਚਲੋ ਜੀ, ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ। ਸੋ ਦਿਸ ਇਜ਼ ਬਿਜ਼ਨਸ ਮਾਰਕੀਟਿੰਗ। ਤਾਂ ਬਿਜ਼ਨਸ ਮਾਰਕੀਟਿੰਗ ਇੱਕ 2 ਸਾਲ ਦਾ ਡਿਪਲੋਮਾ ਕੋਰਸ ਹੈ ਜਿਹਦੇ ਵਿੱਚ ਆਪਾਂ ਕ੍ਰੈਡੈਂਸ਼ੀਅਲ ਤੁਹਾਨੂੰ ਐਲੋਕੇਟ ਹੋਏਗਾ ਜੀ ਓਨਟਾਰੀਓ ਕਾਲਜ ਡਿਪਲੋਮਾ। ਸੋ ਇਟ ਇਜ਼ ਅ ਫੁੱਲ ਟਾਈਮ ਪ੍ਰੋਗਰਾਮ। ਤਾਂ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਵੀ ਸਟੂਡੈਂਟਸ ਜਾਣਾ ਚਾਹੁੰਦੇ ਇੰਡੀਆ ਦੇ ਵਿੱਚੋਂ ਹਮੇਸ਼ਾ ਫੁੱਲ ਟਾਈਮ ਕੋਰਸ ਜਾਂ ਪ੍ਰੋਗਰਾਮ ਹੀ ਆਪਟ ਕਰਕੇ ਚੱਲਣ। ਲੈਂਥ 2 ਸਾਲ ਦੀ ਹੈ ਜੀ, 2 ਸਾਲ ਦੀ ਨਿਸ਼ਚਿੰਤਤਾ ਹੋ ਜਾਏਗੀ। ਉਸ ਤੋਂ ਬਾਅਦ ਅਗਰ ਤੁਸੀਂ ਇਸ ਤੋਂ ਅਗਲਾ ਲੈਵਲ ਕਰਨਾ ਚਾਹੁੰਦੇ ਹੋ ਯਾਨੀ ਕਿ ਡਿਗਰੀ ਅੰਡਰ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਇਹਨਾਂ ਕਾਲਜਿਸ ਦੇ ਵਿੱਚ ਵੀ ਇਹਨਾਂ ਦੇ ਰਿਲੇਟਿਡ ਕੋਰਸਿਸ ਅਵੇਲੇਬਲ ਹੈ। ਮਾਰਕੀਟਿੰਗ ਇੱਕ ਇਹੋ ਜਿਹਾ ਟੌਪਿਕ ਹੈ ਜਿਹੜਾ ਕਿ ਹਰੇਕ ਪੰਜਾਬੀ ਸਟੂਡੈਂਟ ਬੜੀ ਆਸਾਨੀ ਨਾਲ ਸਮਝ ਸਕਦਾ ਔਰ ਉਹਨੂੰ ਬੜਾ ਆਸਾਨ ਲੱਗਦਾ ਜਦੋਂ ਸਿੱਖਦਾ ਜਾਂਦਾ ਹੈ ਇਹਨਾਂ ਚੀਜ਼ਾਂ ਬਾਰੇ। ਤਾਂ ਆਪਾਂ ਮੂਵ ਕਰਦੇ ਹਾਂ ਆਪਣੇ ਪ੍ਰੋਗਰਾਮ ਵੱਲ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਡਿਸਕਸ ਕਰਾਂਗੇ ਇਸ ਪ੍ਰੋਗਰਾਮ ਦੀ ਫੀਸ। ਇੰਟਰਨੈਸ਼ਨਲ ਸਟੂਡੈਂਟਸ ਲਈ ਟੋਟਲ ਫੀਸ ਹੈ $15,111.16। ਅਗਰ ਤੁਸੀਂ ਆਪਣੀ ਫੀਸ ਦੀ ਹੋਰ ਡਿਟੇਲਸ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਲਿੰਕ ਦਿੱਤਾ ਹੋਇਆ ਵਿਊ ਇੰਟਰਨੈਸ਼ਨਲ ਫੀ ਡਿਟੇਲਸ। ਇਹਦੇ ਉੱਤੇ ਕਲਿੱਕ ਕਰਕੇ ਤੁਸੀਂ ਇਨ ਡਿਟੇਲ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਫੀਸ ਦੇ ਅੰਦਰ ਹੋਰ ਕਿਹੜੇ ਚਾਰਜਿਸ ਪੈਣਗੇ। ਟੋਟਲ ਫੀਸ ਤੁਹਾਡੀ ਇੰਨੀ ਹੀ ਨਿਕਲ ਕੇ ਆਏਗੀ, ਪਰ ਇਹ ਡਿਵਾਈਡ ਕਰਕੇ ਦਿਖਾਇਆ ਹੋਏਗਾ ਕਿ ਅੰਦਰ ਕਿਹੜੀਆਂ ਚੀਜ਼ਾਂ ਹੈ। ਜਿਵੇਂ ਕਿ ਅੱਜ ਕੱਲ੍ਹ ਤੁਹਾਨੂੰ ਈ ਬੁੱਕਸ ਦਾ ਐਕਸੈਸ ਪ੍ਰੋਵਾਈਡ ਕੀਤਾ ਜਾਂਦਾ ਈ ਟੈਕਸਟ ਦੇ ਨਾਮ 'ਤੇ, ਤਾਂ ਈ ਟੈਕਸਟ ਦੀ ਕੁਝ ਫੀਸ ਹੋਏਗੀ। 1 ਕਾਰਡ ਯੂਜ਼ ਹੁੰਦਾ ਕੋਨੈਸਟੋਗਾ ਦੇ ਅੰਦਰ ਤਾਂ 1 ਕਾਰਡ ਦੀ ਫੀਸ ਹੋਏਗੀ। ਇੱਦਾਂ ਕਰਕੇ ਕਾਫੀ ਫੀਸ ਡਿਸਕਸ ਕੀਤੀਆਂ ਹੁੰਦੀਆਂ ਇਹਦੇ ਅੰਦਰ। ਸੋ ਨਾਓ ਦਿਸ ਇਜ਼ ਦਾ ਡਿਲੀਵਰੀ ਸੀਕੁਐਂਸ। ਸਕੈਡਿਊਲ ਕਦੋਂ ਹੁੰਦਾ ਜੀ? ਤਾਂ ਸਪਰਿੰਗ ਦੇ ਵਿੱਚ ਇਹਦੀਆਂ ਕਲਾਸਿਸ ਸ਼ੁਰੂ ਹੁੰਦੀਆਂ ਯਾਨੀ ਕਿ ਜੋ ਪਹਿਲਾ ਸਮੈਸਟਰ ਹੈ ਉਹ ਸਪਰਿੰਗ ਦੇ ਵਿੱਚ ਸਟਾਰਟ ਹੋਏਗਾ, ਦੂਸਰਾ ਫਾਲ ਦੇ ਵਿੱਚ, ਤੀਸਰਾ ਵਿੰਟਰ ਦੇ ਵਿੱਚ ਅਤੇ ਚੌਥਾ ਅਗੇਨ ਸਪਰਿੰਗ ਦੇ ਵਿੱਚ। ਤਾਂ ਚੌਥੇ ਤੋਂ ਬਾਅਦ ਤੁਸੀਂ ਜੌਬ ਕਰ ਸਕਦੇ ਹੋ ਯਾਨੀ ਕਿ ਸਪਰਿੰਗ ਤੋਂ ਬਾਅਦ ਤੁਹਾਡੇ ਕੋਲ ਉਦੋਂ ਅਵੇਲੇਬਲ ਟਾਈਮ ਹੋਏਗਾ ਕਿ ਤੁਸੀਂ ਇੰਨੀ ਕੁ ਮਾਰਕੀਟ ਰਿਸਰਚ ਕਰ ਸਕਦੇ ਹੋ, ਤੁਸੀਂ ਇੱਧਰ ਉੱਧਰ ਜਾ ਸਕਦੇ ਹੋ, ਜੌਬਸ ਲਈ ਟਰਾਈ ਕਰ ਸਕਦੇ ਹੋ। ਬੜੀ ਆਸਾਨੀ ਨਾਲ ਤੁਹਾਨੂੰ ਇਹ ਟਾਈਮ 'ਤੇ ਜੌਬ ਮਿਲ ਜਾਏਗੀ। ਕੁਝ ਕੈਂਡੀਡੇਟਸ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਕੋਰਸਿਸ ਆਪਟ ਕਰ ਲੈਂਦੇ ਆ ਵਿੰਟਰ ਦੇ ਵਿੱਚ, ਉਹ ਬੰਦ ਹੋ ਜਾਂਦਾ ਹੁੰਦਾ ਕੋਰਸ ਯਾਨੀ ਕਿ ਕੰਪਲੀਟ ਹੋ ਰਿਹਾ ਹੁੰਦਾ, ਪਰ ਉਦੋਂ ਉਹਨਾਂ ਕੋਲ ਇਹ ਦਿੱਕਤ ਆ ਜਾਂਦੀ ਹੈ ਕਿ ਉਹਨਾਂ ਨੂੰ ਜੌਬ ਅਰੇਂਜ ਕਰਨੀ ਮੁਸ਼ਕਿਲ ਹੋ ਜਾਂਦੀ ਹੈ।
ਜਾਂ ਇਸ ਚੀਜ਼ ਦਾ ਧਿਆਨ ਜ਼ਰੂਰ ਦਿਓ, ਅਗਰ ਤੁਹਾਡਾ ਕੋਰਸ ਵਿੰਟਰ ਦੇ ਵਿੱਚ ਕੰਪਲੀਟ ਹੋ ਰਿਹਾ ਤਾਂ ਤੁਹਾਡੇ ਕੋਲੇ ਜੌਬ ਪਹਿਲਾਂ ਤੋਂ ਹੀ ਅਰੇਂਜ ਕੀਤੀ ਵੀ ਹੋਵੇ, ਅਦਰਵਾਈਜ਼ ਤੁਸੀਂ ਕੋਈ ਵੀ ਲੈ ਸਕਦੇ ਹੋ। ਤੋ ਨੈਕਸਟ ਆਪਾਂ ਮੂਵ ਕਰਦੇ ਹਾਂ ਜੀ ਇਹਦੇ ਐਡਮਿਸ਼ਨ ਪ੍ਰੋਸੈਸ ਵੱਲ। ਐਡਮਿਸ਼ਨ ਪ੍ਰੋਸੈਸ ਦੇ ਵਿੱਚ ਆਪਾਂ ਇਹੀ ਦੇਖਦੇ ਹਾਂ ਕਿ ਕੀ ਪ੍ਰੀ ਰਿਕੁਇਜ਼ਿਟਸ ਹੈ। ਸਭ ਤੋਂ ਪਹਿਲਾਂ ਐਡਮਿਸ਼ਨ ਰਿਕੁਆਇਰਮੈਂਟਸ, ਓਨਟਾਰੀਓ ਸੈਕੰਡਰੀ ਸਕੂਲ ਡਿਪਲੋਮਾ ਕੀਤਾ ਹੋਣਾ ਚਾਹੀਦਾ ਜਾਂ ਇਕੁਇਵਲੈਂਟ। ਤਾਂ ਜਿਹੜੇ ਸਟੂਡੈਂਟਸ ਇੰਡੀਆ ਦੇ ਵਿੱਚੋਂ ਜਾਂਦੇ ਉਹਨਾਂ ਦੀ +2 ਕੀਤੀ ਹੋਣੀ ਚਾਹੀਦੀ ਹੈ, 19 ਸਾਲ ਦੀ ਏਜ ਹੋਣੀ ਚਾਹੀਦੀ ਹੈ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। +2 ਦੇ ਵਿੱਚ ਇੰਗਲਿਸ਼ ਜ਼ਰੂਰ ਕੀਤੀ ਹੋਵੇ, ਕੰਪਲਸਰੀ ਕੀਤੀ ਹੋਣੀ ਚਾਹੀਦੀ ਹੈ। ਅਗਰ ਨਹੀਂ ਕੀਤੀ ਤਾਂ OR ਕੋਨੈਸਟੋਗਾ ਕਾਲਜ ਪ੍ਰੈਪਰੇਟਰੀ ਕਮਿਊਨੀਕੇਸ਼ਨਸ ਇਹ ਵਾਲਾ ਐਗਜ਼ਾਮ ਤੁਹਾਡਾ ਦੇ ਕੇ ਕਲੀਅਰ ਹੋਣਾ ਚਾਹੀਦਾ। ਗ੍ਰੇਡ 11 ਯਾਨੀ ਕਿ +1 ਦੇ ਵਿੱਚ ਤੁਸੀਂ ਇਕੁਇਵਲੈਂਟ ਜਾਂ ਕੰਪਲਸਰੀ ਮੈਥਮੈਟਿਕਸ ਜ਼ਰੂਰ ਕੀਤੀ ਹੋਵੇ। ਕੁਝ ਸਟੂਡੈਂਟ ਇਸ ਸਬਜੈਕਟ ਨੂੰ ਦੇਖ ਕੇ ਥੋੜ੍ਹਾ ਜਿਹਾ ਘਬਰਾ ਜਾਂਦੇ ਆ, ਪਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਦਾ ਮੈਥਮੈਟਿਕਸ ਪੜ੍ਹਾਉਣ ਦਾ ਤਰੀਕਾ ਦੇਖੋਗੇ ਤਾਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਉਹਦੇ ਵਿੱਚ ਇੰਡੀਅਨ ਸਿਸਟਮ ਅਤੇ ਉਹਨਾਂ ਦੇ ਸਿਸਟਮ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਮੈਥਮੈਟਿਕਸ ਅਸਲ ਦੇ ਵਿੱਚ ਇੰਨਾ ਔਖਾ ਹੈ ਨਹੀਂ ਜਿੰਨਾ ਇੰਡੀਆ ਦੇ ਵਿੱਚ ਲੱਗਦਾ। ਉਹਨਾਂ ਦੇ ਪੜ੍ਹਾਉਣ ਦੇ ਤਰੀਕੇ ਅੱਛੇ ਹੈ, ਫਾਰਮੂਲੇ ਸਮਝਾਉਣ ਦੇ ਤਰੀਕੇ ਅੱਛੇ ਹੈ। ਤੁਸੀਂ ਅਗਰ ਅੱਛੀ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ ਬੜੇ ਆਸਾਨੀ ਦੇ ਨਾਲ ਸਾਰਾ ਸਬਜੈਕਟ ਤੁਸੀਂ ਸੋਲਵ ਕਰ ਸਕਦੇ ਹੋ। ਸੋ ਨੈਕਸਟ ਇਜ਼ ਦ ਰਿਕੁਆਇਰਮੈਂਟ ਫॉर ਇੰਗਲਿਸ਼। ਤਾਂ ਇੰਗਲਿਸ਼ ਲਈ ਇਹਨਾਂ ਨੇ ਮੈਂਸ਼ਨ ਕਰਤਾ IELTS ਦੇ ਓਵਰਆਲ ਬੈਂਡ 6.5 ਵਿਦ ਨੋ ਬੈਂਡ ਲੈਸ ਦੈਨ 6.0, ਪਹਿਲੀ ਜੀ ਚੀਜ਼। ਦੂਸਰੀ ਟੋਫਲ ਕੀਤਾ ਅਗਰ IBT ਤਾਂ 88 ਸਕੋਰ ਹੋਣਾ ਚਾਹੀਦਾ ਮਿਨੀਮਮ। CAEL ਕੀਤਾ ਤਾਂ ਇਟ ਸ਼ੁੱਡ ਬੀ 70, ਨੋ ਸਬ ਟੈਸਟ ਬੈਂਡ ਸਕੋਰ ਲੈਸ ਦੈਨ 60। PTE ਅਕੈਡਮਿਕ ਕੀਤਾ ਹੋਇਆ ਤਾਂ 58। ਤਾਂ ਅਗਰ ਕੋਨੈਸਟੋਗਾ ਇੰਗਲਿਸ਼ ਲੈਂਗੁਏਜ ਟੈਸਟ ਦਿੱਤਾ ਤਾਂ ਇਹਨਾਂ ਦੇ ਟੈਸਟ ਦੇ ਵਿੱਚ ਬੈਂਡ 6 ਅਚੀਵ ਕੀਤੇ ਹੋਣੇ ਚਾਹੀਦੇ ਹੈ, ਤਾਂ ਤੁਸੀਂ ਐਲੀਜੀਬਲ ਹੋ ਇਸ ਕੋਰਸ ਦੇ ਅੰਦਰ ਆਪਣੀ ਲੈਟਰ ਆਫ ਅਸੈਪਟੈਂਸ ਰਿਸੀਵ ਕਰਕੇ ਕੋਰਸ ਨੂੰ ਕਰਨ ਲਈ। ਐਡਮਿਸ਼ਨ ਪ੍ਰੋਸੈਸ ਐਜ਼ ਯੂਜੂਅਲ ਸੇਮ ਹੀ ਹੈ ਜੀ, ਹਰ ਵਾਰ ਦੀ ਤਰ੍ਹਾਂ। ਤੁਸੀਂ ਜਦੋਂ ਵੀ ਅਪਲਾਈ ਕਰਨਾ ਆਪਣੇ ਕੰਸਲਟੈਂਟ ਨੂੰ ਅੱਛੀ ਤਰ੍ਹਾਂ ਪੁੱਛ ਲੈਣਾ, ਡਿਟੇਲ ਦੇ ਵਿੱਚ ਉਹਦੇ ਨਾਲ ਡਿਸਕਸ ਕਰ ਲੈਣਾ ਤਾਂ ਕਿ ਤੁਹਾਨੂੰ ਬਾਅਦ 'ਚੋਂ ਦਿੱਕਤ ਨਾ ਹੋਵੇ। ਪਰ ਜੋ ਕੰਸਲਟੈਂਟ ਨੇ ਤੁਹਾਨੂੰ ਦੱਸਣਾ ਉਹ ਚੀਜ਼ਾਂ ਅਸੀਂ ਇਸ ਵੀਡੀਓ ਦੇ ਵਿੱਚ ਨਹੀਂ ਕਵਰ ਕਰਦੇ, ਕਿਉਂਕਿ ਮੇਰਾ ਕੰਮ ਅਕੈਡਮਿਕਸ ਨਾਲ ਜ਼ਿਆਦਾ ਰਿਲੇਟਡ ਹੈ। ਤਾਂ ਮੈਂ ਸਟੂਡੈਂਟਸ ਨੂੰ ਖੁਦ ਪੜ੍ਹਾਉਣਾ, ਜਿਹੜੇ ਸਟੂਡੈਂਟਸ ਅਬਰੋਡ ਦੇ ਹੈ ਉਹਨਾਂ ਨੂੰ ਹੈਲਪ ਕਰਦਾ ਤਾਂ ਕਿ ਉਹ ਆਪਣੇ ਸਬਜੈਕਟਸ ਨੂੰ ਆਸਾਨੀ ਨਾਲ ਕਲੀਅਰ ਕਰ ਸਕਣ। ਤਾਂ ਮੇਰਾ ਜੋ ਕੰਮ ਹੈ ਮੇਨਲੀ ਉਹ ਤਾਂ ਕੋਰਸਿਸ ਐਕਸਪਲੇਨ ਕਰਨ ਲਈ ਹੈ। ਕੋਰਸ ਯਾਨੀ ਕਿ ਸਬਜੈਕਟ। ਕਈ ਵਾਰ ਆਪਾਂ ਗਲਤੀ ਨਾਲ ਸਬਜੈਕਟ ਕੋਰਸ ਪ੍ਰੋਗਰਾਮ ਨੂੰ ਮਿਸਇੰਟਰਪ੍ਰੈਟ ਕਰ ਜਾਂਦੇ ਹਾਂ। ਤਾਂ ਸਿੰਪਲ ਜਿਹਾ ਸਿਨੈਰੀਓ ਹੈ ਕਿ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡਾ ਡਿਗਰੀ, ਡਿਪਲੋਮਾ ਜਾਂ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਕੁਝ ਵੀ ਜਿਹੜਾ ਕੰਪਲੀਟ ਪ੍ਰੋਗਰਾਮ ਹੁੰਦਾ ਉਹਨੂੰ ਆਪਾਂ ਇੱਥੇ ਇੱਕ ਪ੍ਰੋਗਰਾਮ ਵਰਡ ਨਾਲ ਡਿਨੋਟ ਕਰਦੇ ਹਾਂ। ਔਰ ਕੋਰਸ ਦਾ ਮਤਲਬ ਹੁੰਦਾ ਕਿ ਜਿਹੜੇ ਹਰੇਕ ਪ੍ਰੋਗਰਾਮ ਦੇ ਅੰਦਰ ਸਬਜੈਕਟ ਪੜ੍ਹਾਏ ਜਾਣਗੇ। ਤਾਂ ਇੰਡੀਅਨ ਸਿਸਟਮ ਦੇ ਵਿੱਚ ਆਪਾਂ ਸਮੈਸਟਰਸ ਦੇ ਅਕੋਰਡਿੰਗ ਚੱਲਦੇ ਹਾਂ, ਇੱਥੇ ਲੈਵਲ ਡਿਸਕ੍ਰਾਈਬ ਕਰਦੇ ਹਾਂ। ਸੋ ਫੋਰ ਐਗਜ਼ਾਮਪਲ ਅਗਰ ਆਪਾਂ ਇਸ ਕੋਰਸ ਨੂੰ ਓਪਨ ਕਰਕੇ ਦੇਖਦੇ ਹਾਂ ਤਾਂ ਇਹਦੇ ਤੁਹਾਨੂੰ 4 ਲੈਵਲ ਨਜ਼ਰ ਆਉਣਗੇ। ਸੋ ਲੈਵਲ 1, ਲੈਵਲ 2, ਲੈਵਲ 3 ਐਂਡ ਲੈਵਲ 4। ਇਹ 4 ਲੈਵਲਸ 4 ਸਮੈਸਟਰ ਸਮਝੋ। ਪਰ ਸਮੈਸਟਰ ਦਾ ਵਰਡ ਦਾ ਜਿਹੜਾ ਮੀਨਿੰਗ ਹੁੰਦਾ ਉਹਦਾ 6 ਤੋਂ ਡਿਨੋਟ ਹੁੰਦਾ, ਯਾਨੀ ਕਿ 6 ਮਹੀਨਿਆਂ ਦਾ ਸਮੈਸਟਰ ਹੁੰਦਾ। ਪਰ ਇੱਥੇ ਜਿਹੜੇ ਲੈਵਲਸ ਇਹ ਡਿਸਕ੍ਰਾਈਬ ਕਰਦੇ ਆ, ਲੈਵਲਸ ਹੁੰਦੇ ਜਨਰਲੀ 4 ਮੰਥ ਦੇ। 4 ਮਹੀਨੇ ਦੇ ਵਿੱਚ ਇਹ ਤੁਹਾਡਾ ਇੱਕ ਲੈਵਲ ਕੰਪਲੀਟ ਹੋ ਜਾਏਗਾ। ਉਸ ਤੋਂ ਬਾਅਦ ਫਿਰ ਨੈਕਸਟ ਲੈਵਲ, ਫਿਰ 3rd ਲੈਵਲ। ਪਰ ਇੱਕ ਚੀਜ਼ ਦਾ ਧਿਆਨ ਰੱਖੋ, 1 ਸਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਾਂ 8 ਮਹੀਨੇ ਹੀ ਪੜ੍ਹਦੇ ਹਾਂ, ਯਾਨੀ ਕਿ ਵੀ ਕੈਨ ਡੂ ਮੈਕਸੀਮਮ ਆਫ 2 ਲੈਵਲਸ। ਇੱਦਾਂ ਨਹੀਂ ਕਿ 4 ਮਹੀਨੇ ਦਾ ਇੱਕ ਲੈਵਲ ਹੈ ਤਾਂ ਜੀ 1 ਸਾਲ ਦੇ ਵਿੱਚ 12 ਮਹੀਨੇ ਹੋ ਗਏ, ਯਾਨੀ ਕਿ ਆਪਾਂ 3 ਲੈਵਲ ਕਰ ਸਕਦੇ ਹਾਂ। ਨੋ, ਯੂ ਹੈਵ ਟੂ ਡੂ ਓਨਲੀ 2 ਲੈਵਲਸ। 4 ਮਹੀਨੇ ਦੇ ਵਿੱਚ ਪਹਿਲਾ ਲੈਵਲ, ਉਸ ਤੋਂ ਬਾਅਦ ਕੁਛ ਟਾਈਮ ਬ੍ਰੇਕ, ਫਿਰ 4 ਮਹੀਨੇ ਦਾ ਦੂਸਰਾ ਲੈਵਲ, ਐਂਡ ਅਗੇਨ ਫॉर ਦ ਨੈਕਸਟ ਈਅਰ। ਅਗਲੇ ਸਾਲ ਫਿਰ ਇੱਦਾਂ ਹੀ ਰਿਪੀਟ ਹੋਏਗਾ। ਤਾਂ ਆਪਾਂ ਹੁਣ ਦੇਖਦੇ ਹਾਂ ਪਹਿਲਾ ਸਬਜੈਕਟ ਕਾਲਜ ਰੀਡਿੰਗ ਐਂਡ ਰਾਈਟਿੰਗ।
ਇਹਨਾਂ ਦੇ ਵਿੱਚੋਂ ਕਾਫੀ ਸਬਜੈਕਟ ਮੇਰੀ ਪ੍ਰੀਵੀਅਸ ਵੀਡੀਓਜ਼ ਦੇ ਅੰਦਰ ਐਕਸਪਲੇਨਡ ਹੈਗੇ ਨੇ, ਤੁਸੀਂ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਹੈ। ਫਿਰ ਵੀ ਮੈਂ ਇੱਥੇ ਦੁਬਾਰਾ ਇੱਕ ਵਾਰ ਐਕਸਪਲੇਨ ਕਰ ਦਿੰਦਾ। ਸੋ ਫਰਸਟ ਵਨ ਇਜ਼ ਦ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ। ਤਾਂ ਕਾਲਜ ਦੇ ਅੰਦਰ ਤੁਸੀਂ ਜਦੋਂ ਵੀ ਆਉਂਦੇ ਹੋ ਯੂ ਲਰਨ ਟੂ ਰਾਈਟ ਇਨ ਅ ਵੈਰੀ ਪ੍ਰੋਫੈਸ਼ਨਲ ਵੇ। ਤਾਂ ਇਹ ਕੋਰਸ ਦੇ ਅਕੋਰਡਿੰਗ ਤੁਹਾਡੇ ਜੋ ਸਬਜੈਕਟਸ ਹੈ, ਜੋ ਤੁਹਾਡੇ ਕੋਰਸਿਸ ਹੈ, ਉਹ ਇੱਦਾਂ ਡਿਜ਼ਾਈਨ ਕੀਤੇ ਹੁੰਦੇ ਹੈ ਕਿ ਸਟੂਡੈਂਟ ਨੇ ਜਦੋਂ ਜੌਬ ਕਰਨੀ ਹੈ ਮਾਰਕੀਟਿੰਗ ਕੰਪਨੀਜ਼ ਦੇ ਅੰਦਰ, ਬਿਜ਼ਨਸ ਆਰਗੇਨਾਈਜੇਸ਼ਨਸ ਦੇ ਅੰਦਰ, ਤਾਂ ਉਹਨਾਂ ਨੂੰ ਰੀਡਿੰਗ ਐਂਡ ਰਾਈਟਿੰਗ ਸਕਿੱਲਸ ਆਉਣੇ ਚਾਹੀਦੇ ਹੈ। So these reading and writing skills are completely different from what you learn in your IELTS and TOEFL। ਇਹਨਾਂ ਇੰਗਲਿਸ਼ ਲੈਂਗੁਏਜ ਟੈਸਟਿੰਗ ਜਿਹੜੇ ਟੈਸਟ ਹੈਗੇ ਹੈ ਇਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ, ਤੁਸੀਂ ਬਹੁਤ ਡਿਫਰੈਂਸ ਦੇਖੋਗੇ ਬਿਕੋਜ਼ ਦਿਸ ਇਜ਼ ਦ ਵੇ ਹਾਊ ਯੂ ਲਰਨ ਅਬਾਊਟ ਡੂਇੰਗ ਰਿਸਰਚ ਆਲਸੋ। ਰਾਈਟਿੰਗ, ਰਿਸਰਚਿੰਗ ਐਂਡ ਕ੍ਰੀਏਟਿੰਗ ਡਾਕੂਮੈਂਟਸ ਇਸ ਸਬਜੈਕਟ ਦੇ ਵਿੱਚ ਮੇਨ ਚੀਜ਼ ਸਮਝਾਈ ਜਾਂਦੀ ਹੈ। ਕਿੱਦਾਂ ਤੁਸੀਂ ਸਬਜੈਕਟਸ ਦੇ ਐਸੇਜ਼ ਲਿਖਣੇ ਹੈ ਜਾਂ ਤੁਸੀਂ ਉਹਨਾਂ ਦਾ ਕੰਕਲੂਜਨ ਡਿਰਾਈਵ ਕਰਨਾ ਹੈ, ਰਿਸਰਚ ਪੇਪਰਸ ਨੂੰ, ਜਰਨਲਸ ਨੂੰ, ਅਕੈਡਮਿਕ ਪੀਅਰ ਰਿਵਿਊਡ ਜਰਨਲਸ ਨੂੰ ਕਿੱਦਾਂ ਫੋਲੋ ਕਰਨਾ ਹੈ, ਕੰਟੈਂਟ ਕਿੱਦਾਂ ਰੀਡ ਕਰਨਾ ਹੈ, ਕਿੱਦਾਂ ਰੈਫਰੈਂਸਿੰਗ ਕਰਨੀ ਹੈ, ਕਿੱਦਾਂ ਤੁਸੀਂ ਆਪਣੀ ਰਿਸਰਚ ਕਰਨੀ ਹੈ। ਸੋ ਦਿਸ ਇਜ਼ ਅਗੇਨ ਦ ਕੋਰਸ ਫॉर 42 ਆਵਰਸ। 3 ਕ੍ਰੈਡਿਟ ਮਿਲਣਗੇ। ਪ੍ਰੀ ਰਿਕੁਇਜ਼ਿਟ ਕੋਈ ਨਹੀਂ, ਪਹਿਲੀ ਵਾਰ ਮਤਲਬ ਅਗਰ ਇਹ ਕਰਨਾ ਹੈ ਤਾਂ ਕੋਰਸ ਤੁਸੀਂ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿਸੇ ਹੋਰ ਕੋਰਸ ਯਾਨੀ ਕਿ ਕਿਸੇ ਹੋਰ ਸਬਜੈਕਟ ਦੀ ਨੌਲੇਜ ਹੋਣੀ ਕੋਈ ਜ਼ਰੂਰੀ ਨਹੀਂ ਹੈ। ਨੈਕਸਟ ਇਜ਼ ਦ ਸਪਰੈਡਸ਼ੀਟ। ਆਪਾਂ ਨੂੰ ਪਤਾ ਹੈ ਕਿ ਮਾਈਕਰੋਸਾਫਟ ਆਫਿਸ ਟੂਲ ਆਪਾਂ ਬਹੁਤ ਕਾਮਨ ਸੁਣਿਆ ਹੋਇਆ ਹੈ, ਤਾਂ ਉਹਦੇ ਅੰਦਰ ਆਪਾਂ ਮਾਈਕਰੋਸਾਫਟ ਐਕਸਲ ਦੇ ਬਾਰੇ ਸੁਣਦੇ ਹਾਂ ਜਿਹਦੇ ਵਿੱਚ ਇੱਕ ਗ੍ਰਿਡ ਲਾਈਕ ਵਰਕ ਬੁੱਕਸ ਹੀ ਹੁੰਦੀਆਂ ਜਾਂ ਵਰਕਸ਼ੀਟਸ ਜਾਂ ਸਪਰੈਡਸ਼ੀਟਸ ਕਹਿ ਦਿੰਦੇ ਉਹਨਾਂ ਨੂੰ। ਤਾਂ ਉਹਨਾਂ ਸਪਰੈਡਸ਼ੀਟਸ ਦੇ ਅੰਦਰ ਕੁਝ ਫਾਰਮੂਲੇ ਲੱਗਦੇ ਹੈ, ਫਾਰਮੂਲੇਜ਼ ਲਗਾ ਕੇ ਕੁਝ ਟੇਬਲਸ ਬਣਾਏ ਜਾਂਦੇ ਹੈ, ਕੁਝ ਗ੍ਰਾਫਸ ਐਡ ਕੀਤੇ ਜਾਂਦੇ, ਕੁਝ ਚਾਰਟਸ ਐਡ ਕੀਤੇ ਜਾਂਦੇ ਹੈ, ਐਨਾਲਿਸਿਸ ਕੀਤਾ ਜਾਂਦਾ ਹੈ, ਪਾਈਵਟ ਟੇਬਲਸ ਬਣਦੇ ਹੈ, ਤੁਸੀਂ ਕੈਲਕੂਲੇਸ਼ਨਸ ਕਰਦੇ ਹੋ ਜਨਰਲੀ ਇਸ ਸਬਜੈਕਟ ਦੇ ਅੰਦਰ। ਤਾਂ ਉਹ ਬੇਸਿਕ ਕੈਲਕੂਲੇਸ਼ਨ ਜਿਹੜੀ ਕਿ ਹਰ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਚਾਹੀਦੀ ਹੈ ਮਾਈਕਰੋਸਾਫਟ ਐਕਸਲ ਨੂੰ ਯੂਜ਼ ਕਰਨ ਬਾਰੇ, ਉਹ ਚੀਜ਼ਾਂ ਸਿਖਾਈਆਂ ਜਾਂਦੀਆਂ ਇਸ ਸਬਜੈਕਟ ਦੇ ਵਿੱਚ। 21 ਆਵਰਸ ਦਾ ਸਬਜੈਕਟ ਹੈ, 2 ਕ੍ਰੈਡਿਟ ਹੈ, ਪ੍ਰੀ ਰਿਕੁਇਜ਼ਿਟ ਕੋਈ ਨਹੀਂ। ਨੈਕਸਟ ਇਜ਼ ਦ ਇਨਫੋਰਮੇਸ਼ਨ ਟੈਕਨੋਲੋਜੀ। ਤਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਬਾਰੇ ਤੁਹਾਨੂੰ ਦੱਸਿਆ ਜਾਂਦਾ ਹੈ ਕੀ ਟੈਕਨੋਲੋਜੀ ਹੈ, ਕਮਿਊਨੀਕੇਟ ਕਿਵੇਂ ਕਰਦੇ ਆ ਕੰਪਿਊਟਰਸ, ਲਾਈਕ ਥੋੜ੍ਹੀ ਬਹੁਤ ਨੈਟਵਰਕਿੰਗ ਦੀ ਨੌਲੇਜ, ਥੋੜ੍ਹੀ ਬਹੁਤ ਬੇਸਿਕ ਇਨਫਰਾਸਟਰਕਚਰ, USB ਕੀ ਹੁੰਦਾ ਹੈ, ਲਾਈਕ ਡਿਫਰੈਂਟ ਪੋਰਟਸ ਕਿਹੜੀਆਂ ਅਵੇਲੇਬਲ ਹੈ, ਡਾਟਾ ਕਿਵੇਂ ਸੇਵ ਕੀਤਾ ਜਾਂਦਾ ਹੈ, ਪ੍ਰੋਬਲਮਸ ਕਿੱਦਾਂ ਦੀਆਂ ਸੋਲਵ ਕਰਦੇ ਆ, ਟਰਬਲ ਸ਼ੂਟਿੰਗ ਕਿਵੇਂ ਕਰਦੇ ਆ, ਉਹਨੂੰ ਟਰਬਲ ਸ਼ੂਟਿੰਗ ਕਿਹਾ ਜਾਂਦਾ। ਇਹ ਸਾਰੀਆਂ ਚੀਜ਼ਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਦਰ ਕਵਰ ਹੁੰਦੀਆਂ। 21 ਆਵਰਸ, 2 ਕ੍ਰੈਡਿਟ, ਨੋ ਪ੍ਰੀ ਰਿਕੁਇਜ਼ਿਟਸ। ਉਸ ਤੋਂ ਬਾਅਦ ਆ ਗਿਆ ਕੋਨੈਸਟੇਬਲ 101। ਇਹ ਸਿਰਫ 1 ਘੰਟੇ ਦਾ ਇੰਟਰੋਡਕਟਰੀ ਸਬਜੈਕਟ ਹੈ, ਇਹਦੇ ਵਿੱਚ ਕਰਨਾ ਕੁਝ ਨਹੀਂ, ਬਸ ਸਿਰਫ ਥੋੜ੍ਹਾ ਜਿਹਾ ਕਾਲਜ ਬਾਰੇ ਦੱਸਣਗੇ ਕਿ ਅਕੈਡਮਿਕਸ ਕਿੱਦਾਂ ਕਰਨੇ ਆ, ਤੁਸੀਂ ਆਪਣੀ ਅਸਾਈਨਮੈਂਟਸ ਕਿੱਦਾਂ ਸਬਮਿਟ ਕਰਨੀ ਹੈ, ਇੰਟੈਗ੍ਰਿਟੀ ਕੀ ਹੁੰਦੀ ਹੈ, ਚੀਟਿੰਗ ਨਹੀਂ ਕਰਨੀ, ਕਿਵੇਂ ਅਸੀਂ ਤੁਹਾਨੂੰ ਫੜ ਸਕਦੇ ਹਾਂ, ਇਹ ਸਾਰੀ ਚੀਜ਼ਾਂ ਐਕਸਪਲੇਨ ਕਰਨਗੇ। ਦੈਨ ਵੀ ਕਮ ਅਕ੍ਰੋਸ ਬਿਜ਼ਨਸ ਮੈਥਮੈਟਿਕਸ। ਇਹ ਥੋੜ੍ਹਾ ਜਿਹਾ ਸਬਜੈਕਟ ਉਹੀ ਆ ਗਿਆ ਜਿਸ ਤੋਂ ਬੱਚੇ ਜਨਰਲੀ ਘਬਰਾਉਂਦੇ ਹੈ, ਮੈਥਮੈਟਿਕਸ, ਬਟ ਦਿਸ ਇਜ਼ ਬਿਜ਼ਨਸ ਮੈਥਮੈਟਿਕਸ। ਈਜ਼ੀ ਹੈ, ਰੇਸ਼ੋ ਪ੍ਰਪੋਰਸ਼ਨ, ਗ੍ਰਾਫਿੰਗ, ਐਲਜੈਬਰਾ, ਅਰਿਥਮੈਟਿਕ, ਸਿੰਪਲ ਕਨਸੈਪਟਸ, ਪੇਰੋਲ, ਕੰਪਾਊਂਡ ਇੰਟਰਸਟ, ਕਾਸਟ ਵੈਲਿਊਮ, ਪ੍ਰੋਫਿਟ ਐਨਾਲਿਸਿਸ, ਇੱਦਾਂ ਦੀਆਂ ਚੀਜ਼ਾਂ ਜਿਹੜੀ ਕਿ ਬਿਜ਼ਨਸ ਦੇ ਵਿੱਚ ਯੂਜ਼ ਹੁੰਦੀਆਂ। ਮੰਨ ਲਓ ਕਿਸੇ ਨੂੰ ਤਨਖਾਹ ਦੇਣੀ ਹੈ, ਸੋ ਅ ਪਰਸਨ ਸ਼ੁੱਡ ਹੈਵ ਅ ਨੌਲੇਜ ਹਾਊ ਟੂ ਕੈਲਕੂਲੇਟ ਦ ਪੇ। ਤਾਂ ਕਿਸੇ ਦੀ ਸੈਲਰੀ ਕੈਲਕੂਲੇਟ ਕਰਨੀ ਹੈ ਤਾਂ ਕਿੱਦਾਂ ਹੋਏਗੀ, ਉਹਦੇ ਫਾਰਮੂਲੇਜ਼, ਸਿੰਪਲ ਜਿਹੀਆਂ ਚੀਜ਼ਾਂ। 42 ਆਵਰਸ, 3 ਕ੍ਰੈਡਿਟਸ, ਨੋ ਪ੍ਰੀ ਰਿਕੁਇਜ਼ਿਟਸ। ਦੈਨ ਵੀ ਹੈਵ ਮਾਰਕੀਟਿੰਗ 1। ਇਹ ਤੁਹਾਡਾ ਕੋਰ ਸਬਜੈਕਟ ਆ ਗਿਆ। ਕੋਰ ਸਬਜੈਕਟ ਮਤਲਬ ਜਿਹੜਾ ਤੁਹਾਡਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਨਾਲ ਓਰੀਐਂਟਡ ਮੇਨ ਸਬਜੈਕਟ। ਤਾਂ ਮਾਰਕੀਟਿੰਗ ਦੇ ਬਾਰੇ ਤੁਸੀਂ ਸਿੱਖੋਗੇ, ਮਾਰਕੀਟਿੰਗ ਦੀਆਂ ਕੀ ਬੇਸਿਕਸ ਹੁੰਦੇ ਆ, ਕੀ ਸਟ੍ਰੈਟਜੀਜ਼ ਹੁੰਦੀਆਂ, ਕਿਉਂ ਮਾਰਕੀਟਿੰਗ ਕੀਤੀ ਜਾਂਦੀ ਹੈ, ਆਰਗੇਨਾਈਜੇਸ਼ਨਸ ਦੇ ਵਿੱਚ, ਕੰਪਨੀਆਂ ਦੇ ਵਿੱਚ ਮਾਰਕੀਟਿੰਗ ਦਾ ਕੀ ਬੈਨੀਫਿਟ ਹੈ, ਪ੍ਰੋਜੈਕਟਸ ਕਿੱਦਾਂ ਬਣਾਏ ਜਾਂਦੇ ਹੈ, ਉਹਨਾਂ ਨੂੰ ਹੈਂਡਲ ਕਿੱਦਾਂ ਕੀਤਾ ਜਾਂਦਾ, ਮੈਨੇਜ ਕਿੱਦਾਂ ਕੀਤਾ ਜਾਂਦਾ, ਕੰਪਲੀਟ ਕਿੱਦਾਂ ਕੀਤਾ ਜਾਂਦਾ। 42 ਆਵਰਸ, 3 ਕ੍ਰੈਡਿਟਸ, ਕੋਈ ਵੀ ਪ੍ਰੀ ਰਿਕੁਇਜ਼ਿਟ ਨਹੀਂ ਹੈ। ਨੈਕਸਟ ਕਮਸ ਗ੍ਰਾਫਿਕ ਡਿਜ਼ਾਈਨ ਫॉर ਮਾਰਕੀਟਰਸ। ਮਾਰਕੀਟਿੰਗ ਤਾਂ ਡੈਫੀਨੇਟਲੀ ਤੁਸੀਂ ਕਰ ਲਓਗੇ, ਪਰ ਮਾਰਕੀਟਿੰਗ ਦੇ ਵਿੱਚ ਯੂਜ਼ ਹੋਣ ਵਾਲੇ ਕੁਝ ਗ੍ਰਾਫਿਕਲ ਟੂਲਸ ਹੈਗੇ ਆ ਜਿਵੇਂ ਕਿ ਐਡੋਬ ਫੋਟੋਸ਼ਾਪ, ਐਡੋਬ ਇਲਸਟ੍ਰੇਟਰ, ਇਨਡਿਜ਼ਾਈਨ, ਇੱਦਾਂ ਨੂੰ ਯੂਜ਼ ਕਰਦੇ ਹੋਏ ਤੁਸੀਂ ਕਿੱਦਾਂ ਐਡਵਰਟੀਜ਼ਮੈਂਟ ਕਰਨੀ ਹੈ, ਕਿੱਦਾਂ ਤੁਸੀਂ ਡੇਟਾਬੇਸ ਨੂੰ ਰੀਡ ਕਰਨਾ ਹੈ,
ਕਿੱਦਾਂ ਤੁਸੀਂ ਵੈਬਸਾਈਟਸ ਨੂੰ ਡਿਜ਼ਾਈਨ ਕਰਨਾ ਹੈ, ਕਿੱਦਾਂ ਤੁਸੀਂ ਕਮਿਊਨੀਕੇਸ਼ਨ ਪਲੇਟਫਾਰਮਸ ਡਿਜ਼ਾਈਨ ਕਰਨੇ ਆ, ਉਹਨਾਂ ਦੀ ਨੌਲੇਜ। 42 ਆਵਰਸ 3 ਕ੍ਰੈਡਿਟ ਕੋਈ ਵੀ ਪ੍ਰੀ ਰਿਕੁਇਜ਼ਿਟ ਨਹੀਂ ਹੈ। ਇੱਕ ਇਹਦੇ ਵਿੱਚ ਇਲੈਕਟਿਵ ਹੁੰਦਾ ਜੀ ਜਨਰਲ ਐਜੂਕੇਸ਼ਨ, ਤਾਂ ਸਟੂਡੈਂਟ ਨੇ ਉਹ 42 ਆਵਰਸ ਦਾ ਮਿਨੀਮਮ ਕੰਪਲੀਟ ਕਰਨਾ ਹੀ ਕਰਨਾ ਹੈ, ਉਹ ਇਹਨਾਂ ਸਬਜੈਕਟਸ ਤੋਂ ਇਲਾਵਾ ਹੁੰਦਾ। ਦੈਨ ਆਫਟਰ ਕੰਪਲੀਟਿੰਗ ਆਲ ਥੀਸ ਵੀ ਕਮ ਟੂ ਲੈਵਲ 2। ਤੇ ਲੈਵਲ 2 ਦੇ ਵਿੱਚ ਕੀ ਹੋਏਗਾ, ਇਹਨਾਂ ਸਬਜੈਕਟਸ ਦਾ ਕੁਝ ਸਬਜੈਕਟ ਐਡਵਾਂਸ ਲੈਵਲ ਤੇ ਕੁਝ ਨਵੇਂ ਸਬਜੈਕਟ ਇੰਟਰੋਡਿਊਸ ਹੋ ਜਾਣਗੇ। ਹੁਣ ਆਪਾਂ ਪਹਿਲਾ ਸਬਜੈਕਟ ਦੇਖਦੇ ਹਾਂ, ਦਿਸ ਇਜ਼ ਦਾ ਪਬਲਿਕ ਰਿਲੇਸ਼ਨ ਫॉर ਮਾਰਕੀਟਰਸ। ਪਬਲਿਕ ਰਿਲੇਸ਼ਨ ਦਾ ਮਤਲਬ ਕੋਈ ਵੀ ਇੱਕ ਆਰਗੇਨਾਈਜੇਸ਼ਨ ਉਹਨੇ ਪਬਲਿਕ ਦੇ ਅੰਦਰ ਸਰਵਾਈਵ ਕਰਨਾ ਹੈ, ਤਾਂ ਉਹਨੇ ਦੂਸਰੀਆਂ ਆਰਗੇਨਾਈਜੇਸ਼ਨਸ, ਕਸਟਮਰਸ, ਆਪਣੇ ਸਰਵਿਸ ਪ੍ਰੋਵਾਈਡਰਸ ਦੇ ਨਾਲ ਡੀਲ ਕਰਨਾ ਹੈ। ਤਾਂ ਉਹ ਸਾਰਾ ਜਿਹੜੀ ਕਮਿਊਨੀਕੇਸ਼ਨ ਹੈ ਇਟ ਇਜ਼ ਵੈਰੀ ਪ੍ਰੋਫੈਸ਼ਨਲ। ਕਿੱਦਾਂ ਇਨਵੈਸਟਰਸ ਨਾਲ ਗੱਲ ਕਰਨੀ ਹੈ, ਕਿੱਦਾਂ ਐਡਵਰਟੀਜ਼ਮੈਂਟ ਕਰਨੀ ਹੈ, ਕਿਹੜੇ ਟੈਕਟਿਕਸ ਯੂਜ਼ ਕਰਨੇ ਆ, ਟਾਈਮ ਲਾਈਨਸ ਨੂੰ ਕਿੱਦਾਂ ਫੋਲੋ ਕਰਨਾ ਹੈ, ਸੋਸ਼ਲ ਮੀਡੀਆ 'ਤੇ ਆਰਗੇਨਾਈਜੇਸ਼ਨ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ ਹੈ, ਤਾਂ ਪਬਲਿਸਿਟੀ ਕਿਵੇਂ ਕਰਨੀ ਹੈ, ਈਵੈਂਟਸ ਕਿਵੇਂ ਆਰਗੇਨਾਈਜ਼ ਕਰਨੀ ਹੈ, ਰੈਪੂਟੇਸ਼ਨ ਕਿਵੇਂ ਬਣਾਉਣੀ ਹੈ ਕੰਪਨੀ ਦੀ, ਉਹ ਚੀਜ਼ਾਂ ਸਾਰੀਆਂ ਸਮਝਾਈ ਜਾਂਦੀਆਂ। 42 ਆਵਰਸ 3 ਕ੍ਰੈਡਿਟ। ਹੁਣ ਦੇਖੋ ਪ੍ਰੀ ਰਿਕੁਇਜ਼ਿਟ ਇਹਦੇ ਵਿੱਚ ਲਿਖਿਆ ਹੋਇਆ MKT 1040। ਇਹਦਾ ਮਤਲਬ ਹੈ ਕਿ MKT 1040 ਕੋਡ ਵਾਲਾ ਸਬਜੈਕਟ ਇਸ ਤੋਂ ਪਹਿਲਾਂ ਪੜ੍ਹਿਆ ਹੋਣਾ ਚਾਹੀਦਾ, ਤਾਂ ਇਹ ਸਬਜੈਕਟ ਤੁਸੀਂ ਛੇਤੀ ਸਮਝੋਗੇ। ਸੈਕਿੰਡ ਮੀਨਿੰਗ ਇਹਦਾ ਇਹ ਹੈ ਕਿ ਇਹਨੂੰ ਪਾਸ ਕਰਨ ਲਈ ਉਹ ਸਬਜੈਕਟ ਜ਼ਰੂਰ ਕਲੀਅਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਆਪਾਂ MKT 1040 ਯਾਨੀ ਕਿ ਮਾਰਕੀਟਿੰਗ 1 ਸਬਜੈਕਟ ਦੀ ਗੱਲ ਕਰਦੇ ਹਾਂ, ਜਿਹੜਾ ਕਿ ਪਿਛਲੇ ਲੈਵਲ ਦੇ ਵਿੱਚ ਹੈਗਾ। ਸੋ ਨਾਓ ਯੂ ਕੈਨ ਸੀ ਦਿਸ। ਮੈਂ ਤੁਹਾਡੇ ਲਈ ਇੱਥੇ ਓਪਨ ਕਰ ਦਿੰਦਾ ਤਾਂ ਈਜ਼ੀਲੀ ਤੁਸੀਂ ਦੇਖ ਸਕਦੇ ਹੋ ਕਿਹੜੇ ਸਬਜੈਕਟ ਦੀ ਗੱਲ ਕਰ ਰਹੇ ਹਾਂ। ਸੋ ਲੈਵਲ 1 ਦੇ ਵਿੱਚ ਦੇਖ ਰਹੇ ਹੋ MKT 1040, ਦਿਸ ਇਜ਼ ਮਾਰਕੀਟਿੰਗ 1। ਇਸ ਸਬਜੈਕਟ ਨੂੰ ਪਾਸ ਕੀਤਾ ਹੋਣਾ ਚਾਹੀਦਾ, ਤਾਂ ਤੁਸੀਂ ਅਗਲੀ ਵਾਰ ਇਹ ਸਬਜੈਕਟ ਨੂੰ ਸਮਝ ਸਕਦੇ ਹੋ ਤੇ ਪਾਸ ਕਰ ਸਕਦੇ ਹੋ। ਸੋ ਨਾਓ ਵਿਲ ਮੂਵ ਟੂ ਦ ਨੈਕਸਟ ਕੋਰਸ। ਸੋ ਦਿਸ ਇਜ਼ ਮੈਨੇਜਿੰਗ ਮਾਰਕੀਟਿੰਗ ਕਮਿਊਨੀਕੇਸ਼ਨਸ। ਤਾਂ ਕਮਿਊਨੀਕੇਸ਼ਨ ਕਿੱਦਾਂ ਕਰਨੀ, ਸਟੇਕ ਹੋਲਡਰਸ ਨਾਲ ਕਿਵੇਂ ਡੀਲ ਕਰਨਾ ਹੈ। ਸਟੇਕ ਹੋਲਡਰਸ ਹੁੰਦੇ ਹਿੱਸੇਦਾਰ। ਇੱਕ ਬਿਜ਼ਨਸ ਦੇ ਅੰਦਰ ਕਿੰਨੇ ਹਿੱਸੇਦਾਰ ਹੈ, ਕਸਟਮਰ ਵੀ ਹਿੱਸੇਦਾਰ ਹੈ, ਜਿਹਦੇ ਕੋਲ ਸ਼ੇਅਰਸ ਹੈ ਸ਼ੇਅਰ ਹੋਲਡਰ ਵੀ ਹਿੱਸੇਦਾਰ ਹੈ, ਮੈਨੇਜਰ ਵੀ ਹਿੱਸੇਦਾਰ ਹੈ, CEO ਵੀ ਹਿੱਸੇਦਾਰ ਹੈ, ਓਨਰ ਹੈ ਕੰਪਨੀ ਦਾ ਉਹ ਵੀ ਹਿੱਸੇਦਾਰ ਹੈ। ਤਾਂ ਉਹਨਾਂ ਨੇ ਆਪਸ 'ਚ ਕਿਵੇਂ ਕਮਿਊਨੀਕੇਟ ਕਰਨਾ, ਕਿਵੇਂ ਇੰਟਰਨਲੀ ਮੈਸੇਜਸ ਸਰਕੂਲੇਟ ਕਰਨਗੇ, ਕਿਹੜੀਆਂ ਟੈਕਨੀਕਸ ਫੋਲੋ ਕਰਦੇ ਹੈ ਰਾਈਟਿੰਗ ਕਮਿਊਨੀਕੇਸ਼ਨਸ ਦੀਆਂ, ਜਾਂ ਡਿਫਰੈਂਟ ਚੈਨਲਸ ਕਿਹੜੇ ਹੈਗੇ ਹੈ ਉਹਨਾਂ ਨੇ ਅਗਰ ਆਪਸ 'ਚ ਕਮਿਊਨੀਕੇਟ ਕਰਨਾ ਹੈ। ਇਸ ਸਬਜੈਕਟ ਨੂੰ ਕਰਨ ਲਈ ਅਗੇਨ ਪ੍ਰੀ ਰਿਕੁਇਜ਼ਿਟ ਕੀ ਹੈ, COM 1085 ਯਾਨੀ ਕਿ ਤੁਹਾਨੂੰ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ ਕਲੀਅਰ ਕੀਤਾ ਹੋਣਾ ਚਾਹੀਦਾ। ਅਗਰ ਇਹ ਸਬਜੈਕਟ ਅੱਛੇ ਤਰੀਕੇ ਨਾਲ ਸਮਝੋਗੇ, ਸਹੀ ਕਲੀਅਰ ਕਰੋਗੇ, ਬਿਕੋਜ਼ ਦਿਸ ਇਜ਼ ਰਿਸਰਚ ਬੇਸਡ ਸਬਜੈਕਟ। ਇਹ ਇੰਨਾ ਸੌਖਾ ਕੰਮ ਨਹੀਂ ਹੈ। ਸੌਖਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਮਝੋਗੇ ਵੀ ਪੜ੍ਹ ਕੇ ਹੋ ਗਿਆ, ਬਹੁਤ ਧਿਆਨ ਨਾਲ ਸਮਝਣਾ ਹੈ। ਸਿਰਫ ਇਹ ਨਹੀਂ ਕਰਨਾ ਕਿ ਹਾਂਜੀ ਇਹ ਲੈਵਲ ਕ੍ਰਾਸ ਕਰਨਾ ਅਸੀਂ ਤਾਂ ਇਹਨੂੰ ਇੱਕ ਵਾਰ ਪੜ੍ਹ ਕੇ ਪਾਸ ਕਰਕੇ ਅੱਗੇ ਚੱਲੀਏ। ਅਗਲੇ ਲੈਵਲ ਦੇ ਵਿੱਚ ਤੁਹਾਡੇ ਕੋਲ ਜਿਹੜੇ ਸਬਜੈਕਟ ਆਉਣਗੇ ਉਹ ਪੁਰਾਣਿਆਂ ਉੱਤੇ ਬੇਸਡ ਹੋਣਗੇ। ਅਗਰ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਨਈ ਚੀਜ਼ ਸਮਝ ਆਊਗੀ, ਤੁਹਾਨੂੰ ਫਿਰ ਦੁਬਾਰਾ ਪੁਰਾਣਾ ਦਾ ਦੇਖਣਾ ਪਏਗਾ ਕਿ ਹਾਂ ਕੀ ਪੜ੍ਹਿਆ ਸੀ ਪਿਛਲੀ ਵਾਰ, ਤਾਂ ਹੀ ਅੱਛੇ ਮਾਰਕਸ ਸਕੋਰ ਹੋਣਗੇ। ਐਂਡ ਇਸ ਤੋਂ ਬਾਅਦ ਅਗਲੇ ਸਬਜੈਕਟ 'ਤੇ ਮੂਵ ਕਰਦੇ ਹਾਂ, ਐਡਵਰਟਾਈਜ਼ਿੰਗ। ਨਵਾਂ ਸਬਜੈਕਟ ਆ ਗਿਆ, ਪੁਰਾਣੇ ਵਾਲੇ 'ਤੇ ਬੇਸਡ ਹੈ MKT 1040 ਯਾਨੀ ਕਿ ਮਾਰਕੀਟਿੰਗ 1 ਦੇ ਉੱਤੇ। ਤਾਂ ਐਡਵਰਟੀਜ਼ਮੈਂਟ ਕਿੱਦਾਂ ਕਰਨੀ ਹੈ, ਟ੍ਰੈਡੀਸ਼ਨਲ ਵੇਜ਼ ਕਿਵੇਂ ਸੀ, ਜਿਵੇਂ ਇੱਕ ਪੋਸਟਰ ਲਗਾਤਾ ਮਾਰਕੀਟ 'ਚ, ਪਤਾ ਨਹੀਂ ਕਿੰਨੇ ਲੋਕਾਂ ਨੇ ਦੇਖਿਆ ਕਿੰਨਿਆਂ ਨੇ ਨਹੀਂ ਦੇਖਿਆ, ਬਟ ਨਾਓ ਵੀ ਹੈਵ ਡਿਫਰੈਂਟ ਵੇਜ਼। ਤੁਸੀਂ ਇੰਸਟਾਗ੍ਰਾਮ 'ਤੇ ਐਡਵਰਟੀਜ਼ਮੈਂਟ ਕਰਦੇ ਹੋ, ਫੇਸਬੁੱਕ 'ਤੇ ਕਰਦੇ ਹੋ, ਪੋਸਟ ਰੀਚ ਆ ਜਾਂਦੀ ਹੈ, ਕਿੰਨੇ ਲੋਕਾਂ ਨੇ ਦੇਖਿਆ, ਕਿੰਨਿਆਂ ਨੇ ਲਾਈਕ ਕੀਤਾ, ਕਿੰਨੇ ਨੇ ਸ਼ੇਅਰ ਕੀਤਾ, ਕਿੰਨਿਆਂ ਨੇ ਕਮੈਂਟ ਕੀਤਾ, ਕਿੰਨਿਆਂ ਨੇ ਸਿੱਧਾ ਹੀ ਦੇਖ ਕੇ ਟਪਾਤਾ। ਸੋ ਈਚ ਐਂਡ ਐਵਰੀ ਡਿਟੇਲ ਇਜ਼ ਅਵੇਲੇਬਲ ਟੂ ਇਟ, ਸੋ ਟੂ ਮੇਕ ਯੋਰ ਐਡਵਰਟੀਜ਼ਮੈਂਟ ਵੈਰੀ ਇਫੈਕਟਿਵ। ਤੁਸੀਂ ਦੇਖਿਆ ਹੋਣਾ, ਤੁਸੀਂ ਕਈ ਵਾਰ ਕੁਛ ਇੱਦਾਂ ਦੇ ਵੈਬਸਾਈਟਸ ਯੂਜ਼ ਕਰਦੇ ਹੋ, ਮੰਨ ਲਓ ਕੋਈ ਫਲਿੱਪਕਾਰਟ ਜਾਂ ਐਮਾਜ਼ੋਨ 'ਤੇ ਗਏ, ਤੁਸੀਂ ਕੋਈ ਚੀਜ਼ ਦੇਖੀ, ਫੋਰ ਐਗਜ਼ਾਮਪਲ ਤੁਸੀਂ ਸ਼ੂਜ਼ ਦੇਖੇ ਪਰ ਤੁਸੀਂ ਖਰੀਦੇ ਨਹੀਂ, ਤੁਸੀਂ ਉਸ ਤੋਂ ਬਾਅਦ ਕੋਈ ਹੋਰ ਵੈਬਸਾਈਟ ਫੋਲੋ ਕਰ ਰਹੇ ਹੋ, ਤਾਂ ਤੁਹਾਡੇ ਕੋਲ ਉਹਨਾਂ ਵੈਬਸਾਈਟ ਦੇ ਸਾਈਟਸ 'ਤੇ ਨਾ ਉਹੀ ਸ਼ੂਜ਼ ਦੀ ਦੁਬਾਰਾ ਐਡ ਆ ਜਾਊਗੀ। ਉਹਨਾਂ ਨੂੰ ਪਤਾ ਹੈ ਕਿ ਇਸ ਬੰਦੇ ਨੇ ਸ਼ੂਜ਼ ਦੇਖੇ ਸੀ ਪਰ ਖਰੀਦੇ ਨਹੀਂ, ਇਸ ਕਰਕੇ ਉਹ ਤੁਹਾਨੂੰ ਦੁਬਾਰਾ ਸੁਜੈਸ਼ਨ ਦਿੰਦੇ ਹੈ ਕਿ ਖਰੀਦ ਲਓ ਵੀ ਇਸ ਬੰਦੇ ਦਾ ਮਨ ਤਾਂ ਬਣਿਆ ਹੋਇਆ ਖਰੀਦਣ ਦਾ, ਸ਼ਾਇਦ ਇਹ ਖਰੀਦ ਲੇ। ਸੋ ਦਿਸ ਇਜ਼ ਦਾ ਇਫੈਕਟਿਵ ਵੇ ਆਫ ਐਡਵਰਟੀਜ਼ਮੈਂਟ। ਇੱਦਾਂ ਦੇ ਕੌਨਸੈਪਟ ਡਿਸਕਸ ਕੀਤੇ ਜਾਂਦੇ ਆ, ਕਿੱਦਾਂ ਇਹਨਾਂ ਨੂੰ ਯੂਜ਼ ਕਰਨਾ ਟੂ ਮੇਕ ਦ ਸੇਲ ਆਫ ਯੋਰ ਪ੍ਰੋਡਕਟਸ ਮੋਰ। ਇਸ ਤੋਂ ਬਾਅਦ ਜੀ ਨੈਕਸਟ ਆ ਗਿਆ ਸੇਲਸ। ਸੇਲਸ ਦੇ ਵਿੱਚ ਕੀ ਹੈ, ਬਿਜ਼ਨਸ ਟੂ ਬਿਜ਼ਨਸ। ਇੱਕ ਕੰਪਨੀ ਹੈ, ਉਹ ਕੁਛ ਪ੍ਰੋਡਕਟ ਲੈਂਦੀ ਹੈ ਕਿਸੇ ਕੰਪਨੀ ਤੋਂ, ਉਹਨਾਂ ਦਾ ਪ੍ਰੋਡਕਟ ਨੂੰ ਰੈਡੀ ਕਰਕੇ ਅੱਗੇ ਦੇ ਦਿੰਦੀ ਹੈ, ਠੀਕ ਹੈ ਜੀ, ਉਹ ਕਸਟਮਰ ਨੂੰ ਨਹੀਂ ਦਿੰਦੇ। ਇੱਦਾਂ ਦੇ ਕੰਮ
ਪ੍ਰੋਫੈਸ਼ਨਲ ਸਕਿੱਲਸ ਕਿਵੇਂ ਡਿਵੈਲਪ ਕਰਨੇ ਆ ਸਟੂਡੈਂਟ ਨੇ ਆਪਣੇ ਬਿਜ਼ਨਸ ਸਿਨੈਰੀਓ ਦੇ ਅੰਦਰ, ਰਿਲੇਸ਼ਨਸ਼ਿਪ ਕਿੱਦਾਂ ਸੈੱਲ ਕਰਨਾ ਹੈ, ਬਹੁਤ ਇੰਪੋਰਟੈਂਟ ਕਨਸੈਪਟ ਹੈ। ਨੈਟਵਰਕਿੰਗ ਕਿੱਦਾਂ ਕਰਨੀ ਹੈ, ਨੈਟਵਰਕਿੰਗ ਦੇ ਵਿੱਚ ਮਤਲਬ ਕਿ ਇੱਕ ਸਟੂਡੈਂਟ ਨੇ ਦੂਸਰੇ ਕਲੀਗ ਨਾਲ ਕਿੱਦਾਂ ਬਣਾ ਕੇ ਰੱਖਣੀ ਹੈ, ਕਿੱਦਾਂ ਨੂੰ ਹੈਲਪ ਕਰਨਾ ਹੈ, ਕਿੱਦਾਂ ਲੀਡਰਸ਼ਿਪ ਕੁਆਲਿਟੀਜ਼ ਨੂੰ ਲਰਨ ਕਰਨਾ ਹੈ, ਅਚੀਵ ਕਰਨਾ ਹੈ। ਸੋ ਦੇਰ ਇਜ਼ ਨੋ ਪ੍ਰੀ ਰਿਕੁਇਜ਼ਿਟ, ਇਹਦਾ ਮਤਲਬ ਇਹ ਨਵਾਂ ਸਬਜੈਕਟ ਹੈ। ਦੈਨ ਵੀ ਹੈਵ ਮਾਰਕੀਟਿੰਗ ਪਲਾਨਸ ਐਂਡ ਪ੍ਰੈਜੈਂਟੇਸ਼ਨਸ। ਤਾਂ ਮਾਰਕੀਟਿੰਗ ਪਲਾਨ ਕਿੱਦਾਂ ਕਰਨੀ ਹੈ, ਪ੍ਰੈਜੈਂਟੇਸ਼ਨ ਕਿੱਦਾਂ ਦੇਣੀ ਹੈ। ਪ੍ਰੈਜੈਂਟੇਸ਼ਨ ਕਿਹਨੂੰ ਦੇਵਾਂਗੇ? ਟੂ ਦ ਕਸਟਮਰਸ, ਟੂ ਦ ਸਟੇਕ ਹੋਲਡਰਸ, ਟੂ ਦ ਸ਼ੇਅਰ ਹੋਲਡਰਸ, ਟੂ ਦ ਮੈਨੇਜਰਸ। ਅਤੇ ਮਾਰਕੀਟਿੰਗ ਪਲਾਨ ਕਿਹਦੇ ਲਈ ਕਰਾਂਗੇ? ਮਾਰਕੀਟਿੰਗ ਗੁੱਡਸ ਲਈ। ਜੋ ਵੀ ਕੰਪਨੀ ਪ੍ਰੋਡਕਟ ਦੇ ਰਹੀ ਹੈ ਜਾਂ ਸਰਵਿਸ ਦੇ ਰਹੀ ਹੈ ਤਾਂ ਉਹਨਾਂ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ। ਆਡੀਓ ਵਿਜ਼ੂਅਲ ਏਡ ਯੂਜ਼ ਕਰਨੇ ਆ ਤੁਸੀਂ, ਹੋ ਸਕਦਾ ਵੀਡੀਓ ਐਡ ਬਣਾ ਕੇ ਕਿਤੇ ਟੀਵੀ 'ਤੇ, ਕਿਤੇ ਮੂਵੀ ਦੇ ਵਿੱਚ ਅੱਗੇ ਇੰਟਰੋਡਕਸ਼ਨ ਸੈਕਸ਼ਨ 'ਚ ਦੇ ਦਿਓ। ਹੋ ਸਕਦਾ ਤੁਸੀਂ ਇੱਕ ਇੰਸਟਾਗ੍ਰਾਮ ਦੇ ਉੱਤੇ ਫੋਟੋ ਬਣਾ ਕੇ, ਆਫਰ ਬਣਾ ਕੇ ਉੱਥੇ ਲਾਂਚ ਕਰ ਦਿਓ। ਸੋ ਦੀਜ਼ ਆਰ ਡਿਫਰੈਂਟ ਟਾਈਪਸ ਆਫ ਮਾਰਕੀਟਿੰਗ ਪਲਾਨਸ। ਅਗੇਨ ਦਿਸ ਸਬਜੈਕਟ ਇਜ਼ ਬੇਸਡ ਔਨ MKT 1040। ਸੋ ਤੁਸੀਂ ਦੇਖ ਸਕਦੇ ਹੋ 3-4 ਸਬਜੈਕਟ ਇਹੋ ਜਿਹੇ ਆ ਗਏ ਜਿਹੜੇ ਕਿ ਲੈਵਲ 1 ਦੇ ਵਿੱਚ MKT 1040 ਤੇ ਬੇਸਡ ਹੈ। So it's very important to carefully understand and read the subjects. Every subject is based on other. ਇੱਦਾਂ ਵੀ ਹੈ ਕਿ ਜਦੋਂ ਤੁਸੀਂ ਅੱਗੇ ਜੌਬ ਕਰਨੀ ਹੈ ਉੱਥੇ ਵੀ ਤੁਹਾਨੂੰ ਇਹ ਚੀਜ਼ਾਂ ਯੂਜ਼ ਹੁੰਦੀਆਂ। ਸੋ ਯੂ ਸ਼ੁੱਡ ਬੀ ਹੈਵਿੰਗ ਅ ਗੁੱਡ ਨੌਲੇਜ। ਜੋ ਪੜ੍ਹ ਰਹੇ ਹੋ ਚੰਗੀ ਤਰ੍ਹਾਂ ਪੜ੍ਹੋ, ਚੰਗੀ ਤਰ੍ਹਾਂ ਸਿੱਖੋ ਤਾਂ ਕਿ ਅੱਗੇ ਕੰਮ ਆਵੇ। ਨੈਕਸਟ ਇਜ਼ ਕੁਆਂਟੀਟੇਟਿਵ ਮਾਰਕੀਟਿੰਗ। ਕੁਆਂਟੀਟੇਟਿਵ ਮਾਰਕੀਟਿੰਗ ਦਾ ਮਤਲਬ ਜਿੱਥੇ ਨੰਬਰ ਇੰਕਰੀਜ਼ ਹੋ ਜੇ। 100 ਬਿਲੀਅਨ ਪ੍ਰੋਡਕਟ ਸੇਲ ਕਰ ਰਹੇ हैं, 20 ਮਿਲੀਅਨ ਪ੍ਰੋਡਕਟਸ ਸਰਵਿਸ ਕਰ ਰਹੇ ਹੋ। ਸੈਮਸੰਗ ਕੰਪਨੀ ਹੈ, ਖਰਬਾਂ फ़ोन ਬਣਾਏ ਹੈ, ਹਰੇਕ फ़ोन ਓਨਰ ਨੂੰ ਅਪਡੇਟਸ ਦੇਣੇ ਆ फ़ोन 'ਤੇ, ਹਰੇਕ ਨੂੰ ਮੈਨੇਜ ਕਰਨਾ, ਹਰੇਕ ਨੂੰ ਐਡਵਰਟੀਜ਼ਮੈਂਟ ਕਰਕੇ ਨਵੇਂ ਪ੍ਰੋਡਕਟ ਬਾਰੇ ਦੱਸਣਾ। ਤਾਂ ਇੱਦਾਂ ਦੀਆਂ ਚੀਜ਼ਾਂ ਇਹ ਵੀ ਮਾਰਕੀਟਿੰਗ ਦੇ ਸਬਜੈਕਟ ਬਹੁਤ ਹੀ ਇੰਟਰਸਟਿੰਗ ਹੈ। ਤੁਹਾਨੂੰ ਪੜ੍ਹਾਉਣ ਦੇ ਤਰੀਕੇ ਦੇ ਵਿੱਚ ਕੁਇਜ਼ ਯੂਜ਼ ਕਰਨਗੇ, ਗੈਲਪ ਸਰਵੇਜ਼ ਯੂਜ਼ ਹੋਣਗੇ, ਗਰੁੱਪ ਡਿਸਕਸ਼ਨਸ ਹੋਣਗੀਆਂ, ਇੰਟਰਵਿਊਜ਼ ਪਲਾਨ ਕਰਦੇ ਹੈ। ਬਹੁਤ ਅੱਛਾ ਸਬਜੈਕਟ ਹੈ, ਈਜ਼ੀਲੀ ਤੁਹਾਨੂੰ ਸਮਝ ਆਏਗਾ। ਇੰਟਰਸਟਿਡ ਹੋ ਕੇ ਪੜ੍ਹੋ ਐਂਡ ਇਟਸ ਰੀਅਲੀ ਗੁੱਡ। ਸੋ ਇਹ ਦੋ ਹੋ ਗਏ ਲੈਵਲ। ਦੈਨ ਵਿਲ ਮੂਵ ਟੂ ਲੈਵਲ 3। ਸੋ ਦਿਸ ਕਮਸ ਦ ਬਿਜ਼ਨਸ ਲਾਅ। ਤਾਂ ਜਿੱਥੇ ਬਿਜ਼ਨਸ ਹੈ ਉੱਥੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਬਹੁਤ ਇੰਪੋਰਟੈਂਟ ਹੈ। ਕਸਟਮਰ ਨੂੰ ਕਿਹੜੇ ਰਾਈਟਸ ਹੈ, ਬਿਜ਼ਨਸ ਓਨਰ ਨੂੰ ਕਿਹੜੇ ਰਾਈਟਸ ਹੈ, ਆਰਗੇਨਾਈਜੇਸ਼ਨ ਦੇ ਵਿੱਚ ਕਿਹੜੇ ਰਾਈਟਸ ਹੈ, ਇੰਪਲੋਈਜ਼ ਦੇ ਕੋਲ ਕਿਹੜੇ ਰਾਈਟਸ ਹੈ, ਕਿਹੜੇ ਉਹਨਾਂ ਦੇ ਬੈਨੀਫਿਟਸ ਹੈ, ਕਿੱਦਾਂ ਦਾ ਕੈਨੇਡੀਅਨ ਗਵਰਨਮੈਂਟ ਦੇ ਨਾਲ ਡੀਲ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਥੋੜ੍ਹਾ ਦੱਸਿਆ ਜਾਏਗਾ। ਦੈਨ ਇਜ਼ ਮਾਰਕੀਟਿੰਗ ਰਿਸਰਚ। ਇਹ ਇੱਕ ਇਹੋ ਜਿਹਾ ਸਬਜੈਕਟ ਹੈ ਜਿਹਦਾ ਕੋਈ ਅੰਤ ਨਹੀਂ ਹੈ, ਕਿਤੋਂ ਵੀ ਸ਼ੁਰੂ ਹੋ ਜਾਂਦਾ, ਕਿਤੇ ਵੀ ਖਤਮ ਹੋ ਜਾਂਦਾ। So you have to be very well aware of different type of projects, different type of techniques for analysis and research। ਤਾਂ ਕੀ ਕਰਨਾ ਕੀ ਹੈ, ਦੇਖੋ ਅਲਟੀਮੇਟਲੀ ਕੀ ਹੈ, you have to analyze the trends। ਦੇਖ ਲਿਆ ਕਿ ਕਿਹੜੀ ਚੀਜ਼ ਕਿੱਦਾਂ ਫੋਲੋ ਹੋ ਰਹੀ ਹੈ। ਫੋਰ ਐਗਜ਼ਾਮਪਲ ਮੰਨ ਕੇ ਚੱਲੋ ਕਿ ਕੋਈ ਗਾਰਮੈਂਟ ਦਾ ਬ੍ਰਾਂਡ ਹੈ, ਉਹਨਾਂ ਨੇ ਕੁਛ ਨਵੇਂ ਜਿਹੇ ਕਲਰਸ ਇੰਟਰੋਡਿਊਸ ਕੀਤੇ, ਸਮ ਪੇਸਟਲ ਕਲਰ ਦੇ ਸ਼ਰਟਸ ਇੰਟਰੋਡਿਊਸ ਕੀਤੀਆਂ, ਉਹਨਾਂ ਦੀ ਸੇਲ ਅੱਛੀ ਹੋਣ ਲੱਗੀ। ਯੂ ਵਿਲ ਐਨਾਲਾਈਜ਼ ਦ ਮਾਰਕੀਟ, ਵਿਲ ਕਮ ਟੂ ਨੋ। ਤੁਸੀਂ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਵੀ ਸੇਮ ਚੀਜ਼ ਨੂੰ ਇੰਪਲੀਮੈਂਟ ਕਰ ਸਕਦੇ ਹੋ ਟੂ ਇਨਕਰੀਜ਼ ਦ ਬੈਨੀਫਿਟਸ ਐਂਡ ਇਨਕਰੀਜ਼ ਦ ਸੇਲਸ। ਸੋ ਦੀਜ਼ ਟਾਈਪ ਆਫ ਥਿੰਗਸ ਆਰ ਡਿਸਕਸਡ ਇਨ ਦਿਸ ਸਬਜੈਕਟ। ਨੈਕਸਟ ਇਜ਼ ਦ ਈਵੈਂਟ ਮਾਰਕੀਟਿੰਗ। ਈਵੈਂਟ ਆਰਗੇਨਾਈਜ਼ ਕਰਨੀ ਹੈ, ਰੀਅਲ ਵਰਲਡ ਸਿਨੈਰੀਓ ਹੈ, ਟਾਰਗੇਟ ਮਾਰਕੀਟ ਹੈ। ਤੁਹਾਨੂੰ ਪਤਾ ਹੈ ਕਿ ਸਟੂਡੈਂਟਸ ਲਈ ਕੋਈ ਅੱਛਾ ਪ੍ਰੋਡਕਟ ਹੈ। ਮੰਨ ਲਓ ਤੁਹਾਡੀ ਕੰਪਨੀ ਨੇ ਇੱਕ ਬੈਗ ਬਣਾਇਆ ਜਿਹਦੇ ਵਿੱਚ ਲੈਪਟਾਪ ਐਂਡ ਬੁੱਕਸ ਈਜ਼ੀਲੀ ਕੈਰੀ ਹੋ ਸਕਦੀਆਂ, ਇਨਬਿਲਟ ਉਹਦੇ ਵਿੱਚ ਰੀਚਾਰਜਿੰਗ ਸਿਸਟਮ ਹੈ, ਤਾਂ ਤੁਹਾਨੂੰ ਪਤਾ ਸਟੂਡੈਂਟਸ ਦੇ ਬਹੁਤ ਅੱਛਾ ਇਹ ਕੰਮ ਆ ਸਕਦਾ। ਸੋ ਯੂ ਵਿਲ ਪਲਾਨ ਅ ਮਾਰਕੀਟਿੰਗ ਕੈਂਪੇਨ। ਡੈਫੀਨੇਟਲੀ ਕੀ ਕਰੋਗੇ, ਯੂਨੀਵਰਸਿਟੀਜ਼ ਕਾਲਜਿਸ ਨੂੰ ਟਾਰਗੇਟ ਕਰੋਗੇ, ਸਟੂਡੈਂਟਸ ਨੂੰ ਟਾਰਗੇਟ ਕਰੋਗੇ, ਕਿਉਂਕਿ ਤੁਹਾਨੂੰ ਪਤਾ ਦੇ ਆਰ ਦ ਪੋਟੈਂਸ਼ੀਅਲ ਬਾਇਰਸ। ਤਾਂ ਉੱਥੇ ਜਿਹੜੀਆਂ ਈਵੈਂਟਸ ਹੋਣੀਆਂ ਜਾਂ ਉੱਥੇ ਜਿਹੜੇ ਪ੍ਰੋਗਰਾਮਸ ਹੋਣੇ ਆ ਉਹਨਾਂ ਨੂੰ ਕਿੱਦਾਂ ਪਲਾਨ ਕਰਨਾ, ਕਿੱਦਾਂ ਆਰਗੇਨਾਈਜ਼ ਕਰਨਾ, ਕਿੱਦਾਂ ਐਗਜ਼ੀਕਿਊਟ ਕਰਨਾ। ਦ ਨੈਕਸਟ ਵਨ ਇਜ਼ ਵੈਬ ਡਿਜ਼ਾਈਨ ਫॉर ਮਾਰਕੀਟਰਸ। ਤਾਂ ਵੈਬਸਾਈਟ ਦੇ ਆਪਾਂ ਨੂੰ ਪਤਾ ਕਿ ਬਹੁਤ ਇੰਪੋਰਟੈਂਟ ਕਨਸੈਪਟ ਹੈ। ਵੈਬਸਾਈਟ ਦੇ ਉੱਤੋਂ ਕਾਫੀ ਪ੍ਰੋਡਕਟਸ ਸੈੱਲ ਹੁੰਦੇ। ਸੋ ਕੁਛ ਇੱਦਾਂ ਦੇ ਬਿਜ਼ਨਸ ਤੁਸੀਂ ਅੱਜ ਕੱਲ੍ਹ ਸੁਣੇ ਹੈ ਜਿਨ੍ਹਾਂ ਦਾ ਫਿਜ਼ੀਕਲ ਮਾਰਕੀਟ ਦੇ ਅੰਦਰ ਕੋਈ ਐਗਜ਼ਿਸਟੈਂਸ ਨਹੀਂ, ਦੇ ਆਰ ਟੋਟਲੀ ਅਵੇਲੇਬਲ ਔਨ ਦ ਵੈਬਸਾਈਟਸ। ਇੱਕ ਸਿੰਪਲ ਜੀ ਐਗਜ਼ਾਮਪਲ ਲੈ ਲਓ, OnePlus ਹੋ ਗਿਆ, ਇੱਦਾਂ ਦੇ ਜਿਵੇਂ ਫ਼ੋਨ ਹੈ, ਉਹਨਾਂ ਦੀ ਮਾਰਕੀਟ ਫਿਜ਼ੀਕਲ ਮਾਰਕੀਟ ਕੁਛ ਵੀ ਨਹੀਂ ਹੈ।
ਔਰ ਯੂ ਕੈਨ ਸੇ ਗੂਗਲ ਦੀ ਕਦੇ ਦੁਕਾਨ ਤਾਂ ਨਹੀਂ ਦੇਖੀ, ਗੂਗਲ ਦੀ ਕੋਈ ਦੁਕਾਨ ਨਹੀਂ ਮਿਲੂਗੀ ਤੁਹਾਨੂੰ, ਬਟ ਇਟ ਇਜ਼ ਅਵੇਲੇਬਲ ਐਵਰੀਵੇਅਰ ਔਨ ਯੋਰ ਫੋਨਸ, योर डेस्कटॉप्स, योर लैपटॉप्स। सर्च करनी है तो गूगल मैप देखना तो गूगल, यूट्यूब चलानी है अगेन इट इज़ रिलेटेड टू गूगल, मोबाइल का ऑपरेटिंग सिस्टम अगेन गूगल। तो इदां दी चीज़ां, तो वो सारिया चीज़ां जिहड़ियां वैबसाइट्स किद्दां वर्क कर रही हैं, किद्दां अपने कस्टमर्स नूं ट्रैक करते हैं, अपने सर्च इंजनस नूं किद्दां ओह ऑप्टिमाइज़ करते हैं, ताकि जो कोई भी कस्टमर सर्च करता तो उन्होंने वैबसाइट जे सामने आ जाए, छेती आ जाए, कस्टमर उस ते लैंड करे, फिर अगे दी अगे उन्होंने पूरी वैबसाइट के रवे, ऐदा नहीं कि पेज ओपन करके 2 मिनट बाद क्लोज करके चला गया। सो नैक्सट सबजैक्ट इज़ प्रोफैशनल सैलिंग। प्रोफैशनल सैलिंग दे विच तुहानूं नाम सबजैक्ट ही सारा कुछ क्लीयर कर दिंदा कि एक बिजनेस प्रोडक्ट है, उन्हें दूसरे ऑर्गेनाइजेशन नूं कोई बिजनेस प्रोडक्ट बेचना है, या कोई बिजनेस ऑर्गेनाइजेशन है जिन्हें कस्टमर नूं डायरैक्टली प्रोडक्ट सैल करना है, तो वो किद्दां दे कॉन्सैप्ट्स यूज़ करेगा, किद्दां उहदी प्रेजेंटेशन होनी चाहिए है, सैलिंग किद्दां होनी चाहिए है, किद्दां वो अपने प्लैनस नूं रिफाइन करते हैं, उन्होंने कहते हैं अपडेट करते हैं, ऑप्टिमाइज़ करते हैं। तो सारा तुहाडा प्रोफैशनल सैलिंग दे विच यही चीज़ आती है। जिवें वो कहते कि एक प्रोडक्ट है, यू हैव टू सैल इट टू अ परसन हू डज नॉट ईवन रिक्वायर दैट, इदां दी सैलिंग होनी चाहिए है तुहाडी। सो द नैक्सट वन इज़ इंट्रोडक्टरी टू सप्लाई चेन एंड ऑपरेशंस मैनेजमेंट। बहुत ही वधिया सबजैक्ट है। सप्लाई चेन के उत्ते मार्केटिंग का मेजर काम खड़ा है। अगर एक एग्जाम्पल लो कि फ्लिपकार्ट है कंपनी, वो कंपनी का सेल्स किमें बनिया, किमें उहदे कस्टमर आए, इट इज़ टोटली डिपेंडेंट ऑन सप्लाई चेन। डिलीवरी तुहाडे घरे तक हो जाती है, अगर डिलीवरी ना कर सके फ्लिपकार्ट तो फिर वो कोई एग्जिस्टेंस नहीं है। सो दीज आर द बेसिक थिंग्स। सप्लाई चेन दे विच डिमांड सप्लाई भी होंदी है, डिमांड किद्दां कैलकुलेट करनी है, सप्लाई किन्नी देर च देनी, ऑप्टिमाइज़ किद्दां करनी है, किहड़े ऑपरेशंस नूं मैनेज करना, पहलां किहड़े काम करने, किहड़े नहीं करने, किहड़े रॉ मटीरियल्स हैं जिहड़े खराब हो सकते उन्हां नूं छेती हैंडल करना, किद्दां हैंडल करना, किवें हैंडल करना, कित्थे करना, वो सारी चीज़ां। नाउ ऑल दीज लैवल्स, लैवल 3 दे आपां सारे सबजैक्ट डिस्कस कर ले। नाउ विल मूव टू लैवल 4। सो दिस इज़ द लास्ट लैवल, इंट्रोडक्शन टू अकाउंटिंग। अकाउंटिंग का सबजैक्ट है, ये अंदर तो बैलेंस शीट्स, कैश फ्लो स्टेटमेंट्स, इदां दी चीज़ां बनानियां सिखाएंगे, सारियां फाइनैंशियल एंड अकाउंटिंग स्टेटमेंट्स के बारे। ये सबजैक्ट स्टैटिस्टिक्स का सबजैक्ट है जी। तो लॉजिकल रीजनिंग एंड कैलकुलेशन अच्छी आनी चाहिए है, इसलिए कैलकुलेशन आ जाती है, कोई ज़्यादा औखा नहीं। जिवें आप पैसे का हिसाब किताब रखते हैं, सेम वही कॉन्सैप्ट्स हैं। सिंपल सा सबजैक्ट है, पढ़ लियो अच्छी तरह। जो तुहानूं प्रेजेंटेशनस वगैरह दित्तियां जांदियां, जो स्टडी मटीरियल दिता जाता, तुहानूं ई टैक्सट बुक दी जाएगी, एक बहुत वधिया ई टैक्सट बुक है वो। सारे कॉन्सैप्ट्स बहुत ही आसानी नाल समझाए गए हैं। इदां दे सबजैक्ट लई किसी होर ते डिपेंडेंट कदे ना रहो जी, आप ही करो, क्योंकि अगर तुहाडा ये सबजैक्ट अच्छा हो गया तो तुहानूं जॉब दे विच भी बहुत फायदा देगा। हो सकता तुसीं जिथे जॉब करनी है उत्थे दा जिहड़ा ऑनर होएगा वो यही डिज़ायर करता होवे कि बाकी चीज़ां तो चल 100 चल जाणगियां, अकाउंटिंग यदि अच्छी होवे बंदे दी, तो मैं इहनूं रिक्रूट कर लवां। तो इहनूं जरूर करो अच्छे तरीके नाल। ईजी सबजैक्ट है, नथिंग डिफिकल्ट, बेसिक अकाउंटिंग दे प्रोसैसिस हैं एंड तुसीं आराम नाल उहनूं कर सकदे हो। नैक्सट इज़ करियर सक्सैस। सिंपल जहा सबजैक्ट है, कुछ भी नहीं है। मॉक इंटरव्यूज़, फीडबैक, रिफ्लैक्शन, मैं किया जी, मैं आ सीखा जी, मैं अपने आ वाली मेरे च लीडरशिप स्किल्स हैं, अद्धा मैं इहनूं यूटिलाइज़ कर लूँगा, आ मेरा प्लान है। ये सारिया चीज़ां इहदे विच आउंदियां। नैक्सट इज़ माइक्रो इकोनॉमिक्स। माइक्रो इकोनॉमिक्स दे विच इकोनॉमी स्टडी करनी है कैनेडा की। कैनेडा च जी आ चीज़ है, इत्थे जी कोई प्रोडक्शन नहीं करते, पोल्यूशन बहुत हो जाता है, गवर्नमेंट बहुत स्ट्रिक्ट है, कॉस्ट देख लेंदे हैं, बाहरों इंपोर्ट करा लेंदे हैं, हाई क्वालिटी मेनटेन करते हैं, इदां दियां चीज़ां। प्राइस बहुत अच्छी वैल मेनटेन्ड है, ब्लैक मार्केटिंग नहीं होन दिंदे, इदां दियां सारियां चीज़ां डिस्कस करते हैं। पॉलिसीज़ बनाते हैं, सो ऑन। ह्यूमन रिसोर्स मैनेजमेंट, बंदे किद्दां हायर करने, किहड़ियां क्वालिटीज़ देखनियां, किहड़ियां स्ट्रैटेजीज़ यूज़ करते हैं, किद्दां दे उन्हां दे विच स्किल्स होने चाहिए हैं, किहड़ी जॉब लई किहड़ा स्किल इंपॉर्टेंट है, HR नूं की देखना चाहिए, की नहीं देखना चाहिए, वो सारियां चीज़ां इस सबजैक्ट के अंदर डिस्कस करते हैं। नैक्सट इज़ रिटेल मार्केटिंग। रिटेल मार्केटिंग इज़ अगेन अ subject which is dependent on
ਇੱਥੇ ਆਹ ਵਾਲੀ ਚੀਜ਼ ਮਾਰਕੀਟਿੰਗ 1 MKT 1040, ਯਾਨੀ ਕਿ ਇਹ ਬੇਸ ਤੋਂ ਸਟਾਰਟ ਹੋ ਰਿਹਾ ਲੈਵਲ 4 ਤੱਕ ਜਾ ਰਿਹਾ, ਤਾਂ ਇੱਕ ਅੱਛਾ ਔਰ ਇੰਪੋਰਟੈਂਟ ਟੌਪਿਕ ਹੈ। ਆਲਦੋ ਇਹਦੇ ਵਿੱਚ ਇਹਨਾਂ ਨੇ ਪ੍ਰੀ ਰਿਕੁਇਜ਼ਿਟ ਕੋਈ ਮੈਂਸ਼ਨ ਨਹੀਂ ਕੀਤਾ ਹੋਇਆ, ਬਟ ਸੌਰੀ ਰਿਟੇਲ ਮਾਰਕੀਟਿੰਗ ਇੱਥੇ ਇਹਨਾਂ ਨੇ ਪ੍ਰੀ ਰਿਕੁਇਜ਼ਿਟ ਡਾਇਰੈਕਟਲੀ ਕੋਈ ਨਹੀਂ ਮੈਂਸ਼ਨ ਕੀਤਾ ਹੋਇਆ, ਪਰ ਆਹ ਜਿਹੜੇ ਸਬਜੈਕਟ ਹੈਗੇ ਮਾਰਕੀਟਿੰਗ ਔਰ ਮੈਥਮੈਟਿਕਸ ਦੇ ਕੰਬੀਨੇਸ਼ਨ ਦੇ ਉੱਤੇ ਡਿਪੈਂਡੈਂਟ ਹੈ। ਥੋੜ੍ਹੇ ਫਾਰਮੂਲੇ ਬੇਸਿਕਸ ਮਾਰਕੀਟਿੰਗ ਦੇ ਬੇਸਿਕ ਮੈਥਮੈਟਿਕਸ ਦੇ ਇਹਦੇ ਵਿੱਚ ਯੂਜ਼ ਹੁੰਦੇ ਹੈ। ਤਾਂ ਡਿਸਟਰੀਬਿਊਸ਼ਨ ਕਿੱਦਾਂ ਕਰਨੀ ਹੈ, ਸਰਵਿਸਿਜ਼ ਕਿੱਦਾਂ ਆਫਰ ਕਰਨੀ ਹੈ, ਰਿਟੇਲ ਸੈਂਟਰਸ ਕਿੱਦਾਂ ਬਣਾਉਣੇ ਹੈ, ਮਾਰਕੀਟਿੰਗ ਟਾਰਗੇਟਸ ਕਿੱਦਾਂ ਅਚੀਵ ਕਰਨੇ ਹੈ, ਕਿੱਦਾਂ ਡਿਜ਼ਾਈਨ ਕਰਨੇ ਹੈ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸਮਝਾਈਆਂ ਜਾਂਦੀਆਂ। ਨੈਕਸਟ ਇਜ਼ ਡਾਇਰੈਕਟ ਐਂਡ ਡੇਟਾਬੇਸ ਮਾਰਕੀਟਿੰਗ। ਡਾਇਰੈਕਟ ਐਂਡ ਡੇਟਾਬੇਸ ਮਾਰਕੀਟਿੰਗ ਦੇ ਵਿੱਚ ਤੁਸੀਂ ਡੇਟਾਬੇਸ ਨੂੰ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰਨਾ। ਡੇਟਾਬੇਸ ਨੂੰ ਦੇਖ ਕੇ ਇਹ ਦੱਸਣਾ ਕਿ ਹਾਂਜੀ ਕਿੱਥੇ ਜ਼ਿਆਦਾ ਡਿਮਾਂਡ ਹੈ, ਕਿੱਥੇ ਘੱਟ ਡਿਮਾਂਡ ਹੈ, ਕੰਪਨੀ ਨੂੰ ਕਿਹੜੇ ਹਿੱਸਿਆਂ ਦੇ ਉੱਤੇ ਜ਼ਿਆਦਾ ਕੌਨਸਨਟਰੇਟ ਕਰਨਾ ਚਾਹੀਦਾ ਹੈ, ਇਸ ਸੈਗਮੈਂਟ ਦੀ ਸੇਲ ਬਹੁਤ ਜ਼ਿਆਦਾ ਹੈ, ਇਸ ਪ੍ਰੋਡਕਟ ਦੀ ਸੇਲ ਬਹੁਤ ਜ਼ਿਆਦਾ ਹੈ, ਇਸ ਪ੍ਰੋਡਕਟ ਦੇ ਵਿੱਚ ਆਹ ਕਮੀ ਹੋਣ ਕਰਕੇ ਇਹਦੀਆਂ ਸੇਲਸ ਘੱਟ ਗਈਆਂ, ਇਹਨੂੰ ਇੰਪਰੂਵਮੈਂਟ 'ਚ ਪਾਇਆ ਜਾ ਸਕਦਾ। ਤਾਂ ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ। Next and the last subject available here is the international marketing। ਤਾਂ ਡੈਫੀਨੇਟ ਜੀ ਚੀਜ਼ ਹੈ, ਅਗਰ ਤੁਹਾਡੀ ਆਰਗੇਨਾਈਜੇਸ਼ਨ ਬਹੁਤ ਬੜੇ ਲੈਵਲ 'ਤੇ ਇੰਟਰਨੈਸ਼ਨਲ ਉਹਨਾਂ ਦੇ ਆਫਿਸਿਸ ਹੈਗੇ ਹੈ, ਤਾਂ ਉਹ ਇੰਟਰਨੈਸ਼ਨਲ ਮਾਰਕੀਟਿੰਗ ਨੂੰ ਵੀ ਕਵਰ ਕਰਨਗੇ। ਤਾਂ ਕੈਨੇਡੀਅਨ ਸਿਸਟਮ, ਦੂਸਰੇ ਦੇਸ਼ਾਂ ਦੇ ਸਿਸਟਮ ਇਹਦੇ ਵਿੱਚ ਐਕਸਪਲੋਰ ਕੀਤੇ ਜਾਂਦੇ। ਰਿਸਰਚ ਬੇਸਡ ਅਸਾਈਨਮੈਂਟਸ ਹੁੰਦੀਆਂ, ਯੂ ਹੈਵ ਟੂ ਫਾਈਂਡ ਆਊਟ ਡੇਟਾ, ਦੂਜੇ ਦੇਸ਼ 'ਚ ਕਿੰਨੀ ਸੇਲ ਹੋਈ, ਕਿੰਨੇ ਡੇਟ ਹੈ, ਉੱਥੇ ਦੀ ਗਵਰਨਮੈਂਟ ਕਿਹੜੀ ਚੀਜ਼ ਦੇ ਰਹੀ ਹੈ, ਕਿਹੜਾ ਲਾਅ ਅਵੇਲੇਬਲ ਹੈ, ਕਿਹਦਾ ਬੈਨੀਫਿਟ ਹੋਣ ਕਰਕੇ ਇਸ ਸੈਗਮੈਂਟ 'ਚ ਗਰੋਥ ਹੈ, ਤੁਹਾਡੀ ਕੰਪਨੀ ਉੱਥੇ ਜਾਣਾ ਚਾਹੁੰਦੀ ਹੈ ਤਾਂ ਉਹਨੂੰ ਕੀ ਕਰਨਾ ਪਏਗਾ, ਪਹਿਲਾਂ ਦੇ ਪ੍ਰੀਵੀਅਸ ਕੰਪੀਟੀਟਰਸ ਕਿਹੜੇ ਆ ਉੱਥੇ ਅਵੇਲੇਬਲ। ਤਾਂ ਕਲੋਜ਼ਲੀ ਆਬਜ਼ਰਵੇਸ਼ਨ ਬੇਸਡ ਇਹ ਸਬਜੈਕਟ ਹੈਗਾ ਜੀ। ਤਾਂ ਹੁਣ ਤੁਹਾਨੂੰ ਇੱਕ ਆਈਡੀਆ ਹੋ ਗਿਆ ਕਿ ਇਸ ਸਬਜੈਕਟ ਦੇ ਵਿੱਚ 3 ਮੇਨ ਚੀਜ਼ਾਂ ਆ ਗਈਆਂ। 1 ਇਜ਼ ਮਾਰਕੀਟਿੰਗ, ਸੈਕਿੰਡ ਇਜ਼ ਯੂਜ਼ ਆਫ ਕਮਿਊਨੀਕੇਸ਼ਨ ਸਕਿੱਲਸ ਸਪੈਸੀਫਿਕਲੀ ਇਨ ਰਾਈਟਿੰਗ, ਹੈ ਨਾ। ਫਿਰ ਤੀਜਾ ਆ ਗਿਆ ਐਨਾਲਿਸਿਸ ਐਂਡ ਰਿਸਰਚ, ਚੌਥੀ ਚੀਜ਼ ਆ ਗਈ ਅਕਾਊਂਟਿੰਗ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਐਂਡ ਇਹਨਾਂ ਦੇ ਬੇਸ 'ਤੇ ਹੀ ਇਹ ਸਬਜੈਕਟ ਹੈ। ਤਾਂ ਜਿਹੜੇ ਸਟੂਡੈਂਟਸ ਨੇ ਕਦੇ ਲਾਈਫ ਦੇ ਵਿੱਚ ਅੱਗੇ ਸੋਚਿਆ ਸੀ ਵੀ ਆਫਟਰ +2 ਉਹਨਾਂ ਨੇ MBA ਕਰਨੀ ਹੈ, ਤਾਂ ਉਹ ਸਮਝ ਲੈਣ ਕਿ ਉਹਨਾਂ ਲਈ ਇਹ ਕੋਰਸ ਬਹੁਤ ਵਧੀਆ, ਈਜ਼ੀ ਹੈ। ਇੱਕ ਵਾਰ ਦੇਖਣ 'ਚ ਡਿਫੀਕਲਟ ਲੱਗੇਗਾ, ਹੋ ਸਕਦਾ ਜੋ ਮੈਂ ਤੁਹਾਨੂੰ ਸਮਝਾਇਆ ਉਹਦੇ ਵਿੱਚ ਤੁਹਾਨੂੰ ਸੁਣ ਕੇ ਬੜਾ, ਕਈ ਵਾਰ ਕਿਸੇ ਨੂੰ ਸਮਝ ਆ ਗਿਆ, ਈਜ਼ੀ ਲੱਗ ਗਿਆ, ਉਹ ਸਮਝ ਜੂਗਾ ਕਿ ਹਾਂਜੀ ਠੀਕ ਹੈ। ਕਈ ਸਟੂਡੈਂਟ ਸੋਚਣਗੇ ਕਿ ਇਹ ਤਾਂ ਜੀ ਔਖਾ ਹੈ, ਮੇਰੇ ਵੱਸ ਦਾ ਕੰਮ ਨਹੀਂ। ਤਾਂ ਮੈਂ ਤੁਹਾਨੂੰ ਦੇਸੀ ਭਾਸ਼ਾ 'ਚ ਇੱਕ ਸਿੰਪਲ ਚੀਜ਼ ਐਕਸਪਲੇਨ ਕਰ ਦਿੰਦਾ ਕਿ ਜਿਹੜੇ ਸਟੂਡੈਂਟਸ ਦੇ +2 ਦੇ ਵਿੱਚ 60%, 55 ਤੋਂ 60% ਮਾਰਕਸ ਆਉਂਦੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ, ਅਤੇ CBSE ਦੇ ਤਾਂ ਈਵਨ ਲਾਈਕ 50% ਦੇ ਆਸ-ਪਾਸ ਜਿਨ੍ਹਾਂ ਦੇ ਸਕੋਰ ਆਏ ਹੋਏ ਆ, ਉਹਨਾਂ ਲਈ ਇਹ ਸਬਜੈਕਟ ਇੱਕ ਨੋਰਮਲ ਤੋਂ ਉੱਪਰ ਤੱਕ ਦਾ ਸਬਜੈਕਟ ਹੈ, ਲਾਈਕ ਨੋਰਮਲ ਟੂ ਮਿਡਲ ਲੈਵਲ ਡਿਫਿਕਲਟੀ ਦਾ ਸਬਜੈਕਟ ਹੈ। ਇਹ ਕੋਈ ਜ਼ਿਆਦਾ ਔਖਾ ਸਬਜੈਕਟ ਨਹੀਂ ਹੈ, ਈਜ਼ੀ ਸਬਜੈਕਟਾਂ ਦੇ ਵਿੱਚ ਹੀ ਗਿਣਿਆ ਜਾਂਦਾ ਹੈ। ਸੋ ਬੈਸਟ ਆਫ ਲੱਕ ਟੂ ਆਲ ਆਫ ਯੂ। ਸੋ ਟੇਕ ਕੇਅਰ ਐਂਡ ਪਲੀਜ਼ ਡੂ maximum possible research before selecting your course or your programs. Thank you students, thank you for being here। ਇਹ ਵੀਡੀਓ ਤੁਹਾਨੂੰ ਪ੍ਰੈਜ਼ੈਂਟ ਕੀਤਾ ਗਿਆ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ, ਐਂਡ ਮੈਂ ਅੰਕਿਤ, ਪ੍ਰੋਫੈਸਰ ਅੰਕਿਤ ਤੁਹਾਡੇ ਲਈ ਇੱਥੇ ਇਹ ਕੋਰਸ ਸਿਰਫ ਇਸ ਕਰਕੇ ਲੈ ਕੇ ਆਇਆ ਤਾਂ ਕਿ ਜੋ ਸਟੂਡੈਂਟਸ ਉਹਨਾਂ ਦਾ ਡਿਸੀਜਨ ਮੇਕਿੰਗ ਅੱਛਾ ਹੋਵੇ, ਉਹਨਾਂ ਨੂੰ ਇਹ ਨਾ ਹੋਵੇ ਕਿ ਉੱਥੇ ਜਾਣ ਤੋਂ ਬਾਅਦ, ਕੈਨੇਡਾ 'ਚ ਪਹੁੰਚਣ ਤੋਂ ਬਾਅਦ, ਪੜ੍ਹਨ ਤੋਂ ਬਾਅਦ ਪਤਾ ਲੱਗੇ ਕਿ ਵੀ ਇਹ ਮੇਰੇ ਸਬਜੈਕਟ ਤਾਂ ਮੇਰੀ ਸਮਝ ਦਾ ਹੈ ਹੀ ਨਹੀਂ ਸੀਗਾ, ਕਿ ਮੈਂ ਗਲਤੀ ਕਰ ਲਈ ਆ, ਮੇਰੇ ਨਾਲ ਧੱਕਾ ਹੋ ਗਿਆ। ਤਾਂ ਇਸ ਕਰਕੇ ਆਪਣਾ ਡਿਸੀਜਨ ਬਹੁਤ ਹੀ ਵਾਈਜ਼ਲੀ ਲਓ, ਬਿਕੋਜ਼ ਉੱਥੇ ਜਾ ਕੇ ਮੈਜੋਰਿਟੀ ਕੰਮ ਤੁਸੀਂ ਹੀ ਕਰਨਾ ਆਪਣੇ ਸਟੱਡੀਜ਼ ਦਾ। ਤੁਹਾਨੂੰ ਹੈਲਪ ਮਿਲ ਸਕਦੀ ਹੈ, ਪਰ ਅਗੇਨ ਯਾਦ ਰੱਖੋ ਹਰੇਕ ਬੰਦਾ ਖੁਦ ਆਪਣੀ ਲਾਈਫ ਦੇ ਵਿੱਚ ਬਹੁਤ ਬਿਜ਼ੀ ਹੁੰਦਾ ਹੈ। ਸੋ ਯੂ ਵਿਲ ਹੈਵ ਟੂ ਡੂ ਯੋਰ ਵਰਕ ਔਨ, ਸੋ ਪਲਾਨ ਵਾਈਜ਼ਲੀ ਐਂਡ ਚੂਜ਼ ਵਾਈਜ਼ਲੀ। ਥੈਂਕ ਯੂ ਸਟੂਡੈਂਟਸ।